हाफिज़ मुज़फ़्फ़र मोहसिन साहब नाल तुहाडी मुलाकात कराने हैं। अब सब अस्सलाम वालेकुम। सर लिखण दा आगाज़ किदों कीता, केड़ी क्लास सी, नज़म लिखी या कहानी लिखी? सब तो पहले सर लिखण दा आगाज़ किया कराची तो रसाले छपदे सी 3 पॉपुलर, गुंचा, तनवीरुद्दीन फूल वाला, नौनिहाल, हकीम मोहम्मद सईद जिंदा से उदों खुद, बरकाती साहब, सारा एक सिस्टम से। एक रसाला कराची तो छपदा सी होनहार अनीसुर रहीम साहब दे एडिटर्स। ਇਹਦੇ ਵਿੱਚ ਉਹ ਮੁਕਾਬਲਾ ਕਰਵਾਉਂਦੇ ਹੁੰਦੇ ਸੀ ਡਰਾਮੇ ਦਾ, ਡਰਾਮਾ ਰਾਈਟਿੰਗ। ਉਹ ਇਸ ਡਰਾਮੇ ਲਿਖਦਾ ਹੁੰਦਾ ਸੀ ਖਲੀਲੁਰ ਰਹਿਮਾਨ ਕਮਰ। अच्छा, ਖਲੀਲੁਰ ਰਹਿਮਾਨ ਕਮਰ ਨੇ ਸਭ ਤੋਂ ਪਹਿਲੇ ਸਟਾਰਟ ਦੇ ਵਿੱਚ ਹੋਨਹਾਰ ਚ ਡਰਾਮੇ ਲਿਖੇ ਕਰਾਚੀ ਦਾ ਜਿਹੜਾ कराची ये केड़े दौर की गल है? ਇਹ ਦੌਰ ਹੈਗਾ ਜੀ 78 अच्छा 79 80 मतलब 80 ਦੇ ਵਿੱਚ ਜਿਹੜਾ ਮੁਕਾਬਲਿਆਂ ਦਾ ਉਹਨਾਂ ਨੇ ਇੱਕ ਕੰਪੀਟੀਸ਼ਨ ਦਾ ਕਰਾਇਆ ਡਰਾਮਾ ਰਾਈਟਿੰਗ ਦਾ। ਉਹ 'ਚ ਮਤਲਬ ਖਲੀਲੁਰ ਰਹਿਮਾਨ ਕਮਰ ਵੀ ਸ਼ਰੀਕ ਸੀ, ਮੈਂ ਵੀ ਉਹ 'ਚ ਹਿੱਸਾ ਲਿਆ ਔਰ ਦੋਸਤਾਂ ਨੇ। ਉਹਨਾਂ ਨੇ ਉਸ ਦੌਰ 'ਚ ਨਜ਼ਮਾਂ ਦਾ ਵੀ ਇੱਕ ਮੁਕਾਬਲਾ ਕਰਾਇਆ। ਉਹ 'ਚ ਮੇਰੀ ਪਹਿਲੀ ਪੋਜੀਸ਼ਨ ਸੀ। ਡਰਾਮੇ 'ਚ ਖਲੀਲੁਰ ਰਹਿਮਾਨ ਕਮਰ ਦੀ ਪਹਿਲੀ ਪੋਜੀਸ਼ਨ, ਯਾਨੀ ਖਲੀਲੁਰ ਰਹਿਮਾਨ ਕਮਰ ਜਿਹੜਾ ਹੈ ਇਹ ਅੱਜ ਪਪੂਲਰ ਤਰੀਨ ਲਿਖਾਰੀ ਰਾਈਟਰ, ਲੇਕਿਨ ਇਹ 80s 81 80 ਦੇ ਵਿੱਚ ਹੈ। ਉਸ ਵੇਲੇ ਵੀ ਜਦੋਂ ਕਿ ਅਕਾਊਂਟਸ ਦਾ ਸਟੂਡੈਂਟ ਸੀ, ਯਾਨੀ ਉਰਦੂ ਅਦਬ ਨਾਲ ਕੀ ਕਹਿੰਦੇ ਨੇ ਉਹਨੂੰ, ਕਾਲਜ ਸਕੂਲ ਦੇ ਹਵਾਲੇ ਨਾਲ ਇਹਦਾ ਨਹੀਂ, ਇਹ ਅਕਾਊਂਟਿੰਗ ਦਾ ਬੰਦਾ ਹੈ। सही ਇਹ ਲਾਹੌਰ ਦਾ ਮਸ਼ਹੂਰ ਕਾਲਜ ਸੀ ਸ਼ਾਹ ਹੁਸੈਨ ਕਾਮਰਸ ਕਾਲਜ। ਇਹ ਬੇਸਿਕਲੀ ਉੱਥੋਂ ਦਾ ਪੜ੍ਹਿਆ ਬੰਦਾ। अच्छा ਇਸੇ ਸ਼ੋਬੇ 'ਚ ਇਹਨੇ ਆਲਾ ਤਾਲੀਮ ਹਾਸਲ ਕੀਤੀ ਤੇ ਡਰਾਮੇ ਲੇਕਿਨ ਇਹ ਉਦੋਂ ਵੀ ਲਿਖਦਾ ਸੀ 81 82 'ਚ। अच्छा ਉਹਦੇ ਇਲਾਵਾ ਲਾਹੌਰ ਦੇ ਜਿਹੜੇ ਮੈਗਜ਼ੀਨ ਨੇ ਉਹ ਹੈਗੇ ਸੀ ਖਿਲौना, जुगनू, सही बच्चों की दुनिया, बच्चों का बाग, ਇਹ ਸਾਰੇ ਲਾਹੌਰ ਦੇ ਮੈਗਜ਼ੀਨ ਸੀ। ਕਰਾਚੀ ਦੇ ਉਹ 3 ਪਪੂਲਰ, ਲਾਹੌਰ ਦੇ ਇਹ ਮੈਗਜ਼ੀਨ, ਇਹਦੇ ਇਲਾਵਾ ਹੋਰ 2-4 ਐਸੇ ਛੋਟੇ। ਮੇਨ ਜਿਹੜਾ ਇਹਨਾਂ 'ਚ ਸਭ ਤੋਂ ਖੂਬਸੂਰਤ ਜਿਹੜਾ ਮੈਗਜ਼ੀਨ ਨਿਕਲਿਆ ਉਹ ਸੀ ਜੁਗਨੂ, ਸ਼ੇਖ ਗੁਲਾਮ ਅਲੀ ਐਂਡ ਸੰਸ। ਤਾਲੀਮੋ ਤਰਬੀਅਤ ਜਿਹੜਾ ਹੈ ਉਹ ਅੱਜ ਤੋਂ 40 ਸਾਲ ਪਹਿਲੇ ਵੀ ਬਹੁਤ ਵੱਡੀ ਤਾਦਾਦ 'ਚ ਛਪਦਾ ਸੀ, ਅੱਜ ਵੀ ਸਭ ਤੋਂ ਜ਼ਿਆਦਾ ਛਪਦਾ। ਯਾਨੀ ਤਾਲੀਮੋ ਤਰਬੀਅਤ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਗ੍ਰੋਸਰੀ ਲੈਣ ਲੋਕ ਗਏ ਨੇ, ਤਾਲੀਮੋ ਤਰਬੀਅਤ ਵੀ ਬੱਚਿਆਂ ਲਈ ਲੈ। ਯਾਨੀ ਸਰਦੀਆਂ ਦੇ ਵਿੱਚ ਜਿਹੜਾ ਉਹ ਡਰਾਈ ਫਰੂਟ ਲੈਣ ਗਏ ਨੇ ਤੇ ਤਾਲੀਮੋ ਤਰਬੀਅਤ ਨਾਲ ਪਿਆ। ਇੰਨਾ ਪਪੂਲਰ ਮੈਗਜ਼ੀਨ ਸੀ ਤੇ ਕਲਾਸ ਦਾ ਮੈਗਜ਼ੀਨ, ਕਿਉਂਕਿ ਫਿਰੋਜ਼ ਸੰਸ ਇੱਕੋ ਹੀ ਵੱਡਾ ਇਦਾਰਾ ਸੀ। ਉਹਦੇ ਬਾਅਦ ਸ਼ੇਖ ਗੁਲਾਮ ਅਲੀ ਐਂਡ ਸੰਸ ਜਿਨ੍ਹਾਂ ਨੇ ਜੁਗਨੂ ਛਾਪਿਆ, ਜਿੱਥੇ ਮੇਰੀ ਮੁਲਾਕਾਤ ਹੋਈ ਸ਼ੇਖ ਗੁਲਾਮ ਅਲੀ ਗਣਪਤ ਰੋਡ ਦੀਆਂ ਸੀੜੀਆਂ ਤੇ ਇਸ਼ਤਿਆਕ ਅਹਿਮਦ। अच्छा सर तुहाडी गल कट रहा मैं, मतलब तुहानू किहड़ी क्लास महसूस होया कि कोई अदबी तुहाडे च कोई ज़ौक है, कोई शायरी तुसी कर सकदे हो या लिख सकदे? उस दौर दे विच जिस तरह हुण हर जवान लड़का लड़की दे जेब च मोबाइल पे है, एक पे है, 2 पे ने, ते वो एक्टिव है अपने काम च। यानी जिन्ने यूट्यूब ते जिन्ने इधर उधर बच्चे ने वो 16 15 18 20 22 साल दे जेड़े ने वो डेली अपनी कोई ना कोई एक्टिविटी उन्होंने तुहानू नज़र आती है। उस वेले एक्टिविटी ऐसी कि मैगजीन पढ़ना ते चंद लोग जेड़े ने वो इन्हां च लिखदे। सही, क्योंकि साडे घर रेगुलर मैगजीन आंदे सी, तालीम तरबियत, खिलौना, गुंचा कराची तो, सही नौनिहाल रेगुलर आना। वो फिर यह होया कि पढ़ के शौक मतलब होया कि यार असी भी लिखिए। मिर्जा अदीब साहब लाहौर दे एक बड़ी शख्सियत सी, ये लाहौर दे एक अजीब मतलब शायर भी सी, ये अदबी दुनिया दे भी बंदे सी। इन्हां दे सहरा नवर्द के खतूत, इन्हां दे नावल सहरा नवर्द के रोमांस, इन्हां दे उस वेले छप चुके थे। मैनू अज भी याद है कि मिर्जा अदीब दा सहरा नवर्द के खतूत जिहड़ा मैं जिहड़ा लास्ट इन्हां दी बुक देखी ना, उहदा
40ਵਾਂ ਐਡੀਸ਼ਨ ਸੀ ਉਸ ਵਿੱਚ, ਸਹੀ। ਯਾਨੀ ਅੱਜ ਤੋਂ ਤਕਰੀਬਨ 35 ਸਾਲ ਪਹਿਲੇ ਇਹਨਾਂ ਦਾ 40ਵਾਂ ਐਡੀਸ਼ਨ ਛਪ ਚੁੱਕਿਆ ਸੀ। ਬਾਅਦ ਚ ਕਿਉਂ ਨਹੀਂ ਛਪੇ? ਸਿਆਸਤ ਦਾ ਸ਼ਿਕਾਰ ਹੋ ਗਏ, ਇਦਾਰਿਆਂ ਦੀ ਆਪਸ ਦੀਆਂ ਲੜਾਈਆਂ 'ਚ। ਵਰਨਾ ਮਿਰਜ਼ਾ ਅਦੀਬ, ਤੁਹਾਡੇ ਇਲਮ 'ਚ ਹੋਏਗਾ ਹਾਂਜੀ ਹਾਂਜੀ। ਕਿ ਮਿਰਜ਼ਾ ਅਦੀਬ ਨੂੰ ਨੋਬਲ ਪ੍ਰਾਈਜ਼ ਮਿਲਣਾ ਸੀ। ਸਹਿਰਾਨ ਵਰਦ ਕੇ ਖਤੂਤ ਇੰਨੀ ਜ਼ਿਆਦਾ ਪੜ੍ਹੀ ਬੁੱਕ ਸੀ, ਅਦਬੀ ਦੁਨੀਆ ਦੇ ਵਿੱਚ ਉਹਦੇ ਤਰਜਮੇ ਕਿੱਥੇ ਕਿੱਥੇ ਗਈ। ਤੇ ਮਿਰਜ਼ਾ ਅਦੀਬ ਸਿਆਸਤ ਦਾ ਸ਼ਿਕਾਰ ਹੋ ਗਏ। ਸਾਦਾ ਲੋਕ ਸੀ, ਲਾਹੌਰ 'ਚ ਕ੍ਰਿਸ਼ਨ ਨਗਰ 'ਚ ਇਹਨਾਂ ਦੀ ਰਹਿਸ਼ ਸੀ। ਚਾਪ ਸਾਹਿਬ, ਜਿਹੜਾ ਡਿਜੀਟਲ ਮੀਡੀਆ ਹੈ, ਇਹ ਲਿਖਾਰੀ ਨੂੰ ਅੱਛੇ ਪਾਸੇ ਲੈ ਕੇ ਜਾ ਰਿਹਾ ਜਾਂ ਖਰਾਬ ਕਰ ਰਿਹਾ? ਸਰ ਪਤਾ ਕੀ, ਜਦੋਂ ਕੋਈ ਵੀ ਤਰੱਕੀ ਵਾਲਾ ਕੰਮ ਹੋ ਰਿਹਾ ਹੁੰਦਾ ਨਾ, ਜਿਹਦੇ ਵੱਲ ਪੂਰੀ ਦੁਨੀਆ ਜਾ ਰਹੀ ਹੁੰਦੀ ਹੈ, ਉਹ ਜ਼ਿਆਦਾ ਉਹਦੇ ਫਾਇਦੇ ਹੀ ਹੁੰਦੇ ਨੇ। ਸਹੀ। ਜ਼ਿਆਦਾ ਤੁਸੀਂ ਇੰਗਲਿਸ਼ ਜਦੋਂ ਆਈ, ਉਹ ਕਿਹਾ ਗਿਆ ਕਿ ਜੀ ਤੁਸੀਂ ਫਾਰਸੀ ਨੂੰ ਛੱਡ ਰਹੇ ਹੋ, ਤੁਸੀਂ ਆਪਣੀਆਂ ਜ਼ੁਬਾਨਾਂ ਨੂੰ ਉਹ ਕਰ ਰਹੇ ਹੋ। ਲੇਕਿਨ ਜਿਹੜੇ ਦੂਰ ਅੰਦੇਸ਼ ਸੀ ਨਾ, ਉਹਨਾਂ ਨੇ ਕਿਹਾ ਵੀ ਅਲਟੀਮੇਟਲੀ ਇੰਟਰਨੈਸ਼ਨਲ ਲੈਂਗੁਏਜ ਇੰਗਲਿਸ਼ ਨਹੀਂ ਬਣਨਾ ਹੈ, ਲਿਹਾਜ਼ਾ ਇੰਗਲਿਸ਼ ਵੱਲ ਵੀ ਤਵੱਜੋ ਦਿਓ। ਇਸ ਤਰ੍ਹਾਂ ਜਿਹੜਾ ਡਿਜੀਟਲ ਮੀਡੀਆ ਨਾ ਸਰ, ਮੁਸਤਕਬਲ ਤੇ ਅਦਾ ਹੀ ਹੈ, ਲੇਕਿਨ ਸਭ ਕੁਝ ਚੱਲਦਾ ਰਹੇਗਾ ਆਹਿਸਤਾ 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 ਆਹਿਸਤਾ। ਲੇਕਿਨ ਤੁਸੀਂ ਇਹ ਵੀ ਤੇ ਦੇਖੋ ਨਾ ਕਿ ਇੱਕ ਐਡੀਟਰ ਦਾ ਜਿਹੜਾ ਕੰਮ ਆ ਉਹਦੇ ਚ ਖਤਮ ਹੋ ਗਿਆ, ਫਿਲਟਰ ਖਤਮ ਹੋ ਗਿਆ। ਸਰ ਗੱਲ ਪਤਾ ਕੀ ਹੈ, ਉਹ ਉਸੇ ਲੈਵਲ ਤੇ ਫਿਲਟਰ ਵੀ ਉਸ ਲੈਵਲ ਤੇ ਹੁਣ ਲੱਗਣਾ ਚਾਹੀਦਾ ਨਾ। ਉਹਨਾਂ ਇਦਾਰਿਆਂ ਨੂੰ ਚਾਹੀਦਾ ਹੈ। ਹੁਣ ਕਈ ਚੀਜ਼ਾਂ ਅਸੀਂ ਪੋਸਟ ਕਰਨੇ ਆ ਨਾ ਇਹਨਾਂ ਤੇ, ਹਾਂਜੀ, ਤੇ ਉਹ 2 ਮਿੰਟ ਦੀ ਸਾਡੀ ਜਿਹੜੀ ਆਈਟਮ ਹੈ ਜਾਂ ਤਹਿਰੀਰ ਹੈ ਉਹ ਥਰੂ ਹੋ ਜਾਂਦੀ ਹੈ। ਸਹੀ। ਲੇਕਿਨ ਕੁਛ ਜਿਹੜੀਆਂ ਉਹਨਾਂ ਨੂੰ ਰੋਕ ਲੈਂਦੇ ਨੇ। ਇਹਦਾ ਇਹ ਵੀ ਕੋਈ ਐਸਾ ਸਿਸਟਮ ਹੋਣਾ ਚਾਹੀਦਾ ਹੈ ਕਿ ਥੋੜਾ ਜਿਹਾ ਟਾਈਮ ਲੈ ਲੈਣ, ਲੇਕਿਨ ਤਹਿਰੀਰ ਜਿਹੜੀ ਹੈ ਜਾਂ ਤੁਹਾਡਾ ਜੋ ਵੀ ਕ੍ਰੀਏਸ਼ਨ ਹੈ, ਉਹਨੂੰ ਇੱਕ ਵਾਰੀ ਥੋੜਾ ਜਿਹਾ ਸਖਤ ਉਹ ਜਿਹੜਾ ਮਰਹਲਾ ਹੈ ਨਾ, ਉਹਦੇ ਚੋਂ ਗੁਜ਼ਾਰਨਾ ਚਾਹੀਦਾ ਹੈ। ਦੇਖੋ ਨਾ ਆਪ ਸਾਹਿਬ, ਤੁਸੀਂ ਵੀ ਲਿਖਦੇ ਰਹੇ, ਮੈਂ ਵੀ ਲਿਖਦਾ ਰਿਹਾ। ਇੱਕ ਐਡੀਟਰ ਦਾ ਜਿਹੜਾ ਕਿਰਦਾਰ ਹੈ ਨਾ, ਮਸਾ ਇੱਕ ਅਸੀਂ ਪ੍ਰਿੰਟਿੰਗ ਲਈ ਜਿਹੜੀ ਚੀਜ਼ ਭੇਜਦੇ ਹਾਂ, ਕਿਸੇ ਰਸਾਲੇ ਨੂੰ ਭੇਜਦੇ ਹਾਂ, ਅਖਬਾਰ ਨੂੰ ਭੇਜਦੇ ਹਾਂ, ਉਹ ਇੱਕ ਐਡੀਟਰ ਉਸ ਚੀਜ਼ ਨੂੰ ਦੇਖਦਾ ਸੀ ਤੇ ਉਹਦੀ ਨੋਕ ਪਲਕ, ਅਗਰ ਉਹ ਕੋਈ ਸਮਝਦਾ ਸੀ, ਕੋਈ ਫਿਕਰਾ ਕੱਟਣ ਵਾਲਾ ਫਿਕਰਾ ਕੱਟਦਾ ਸੀ, ਨੋਕ ਪਲਕ ਸੀ, ਸਵਾਰਦਾ ਸੀ, ਪਹਿਰੇ ਦੇ ਪਹਿਰੇ ਉਡਾ ਦਿੰਦਾ ਹੁੰਦਾ ਸੀ। ਨਹੀਂ ਸਰ, ਐਡੀਟਰ ਨੂੰ ਹੱਕ ਹੈ, ਐਡੀਟਰ ਕਹਿ ਦੇਵੇ ਵੀ ਇਹ ਸਾਰੀ ਤਹਿਰੀਰ ਹੀ ਨਹੀਂ ਛਪਣੀ, ਠੀਕ ਹੈ ਨਾ ਜੀ। ਕਿਉਂਕਿ ਤੁਸੀਂ ਜਦੋਂ ਕਿਸੇ ਮੂਡ 'ਚ ਬੈਠ ਕੇ ਲਿਖਦੇ ਹੋ, ਉਹ ਤੁਸੀਂ ਤੇ ਸਮਝ ਰਹੇ ਹੁੰਦੇ ਹੋ ਕਿ ਮੈਂ ਬੜੀ ਅੱਛੀ ਚੀਜ਼ ਕ੍ਰੀਏਟ ਕਰ ਰਿਹਾ, ਲੇਕਿਨ ਪਬਲਿਕ ਨੂੰ ਜਾਂ ਐਡੀਟਰ ਨੂੰ ਜਦੋਂ ਉਹ ਚੀਜ਼ ਉਹਦੇ ਸਾਹਮਣੇ ਜਾਏਗੀ ਨਾ, ਉਹਨੂੰ ਲੱਗੇਗਾ ਕਿ ਇਹ ਕੀ ਫਜ਼ੂਲ ਚੀਜ਼ ਤਿਆਰ ਕਰ ਦਿੱਤੀ ਹੈ। ਤੁਹਾਡੀ ਕੈਫੀਅਤ ਤੇ ਤੁਸੀਂ ਤੇ ਉਹਦੇ ਤਹਿਤ ਉਹਨੂੰ ਕਰ ਦਿੱਤਾ, ਲੇਕਿਨ ਪਬਲਿਕ ਤੇ ਉਸ ਕੈਫੀਅਤ 'ਚ ਨਹੀਂ ਨਾ ਗੁਜ਼ਰ ਰਹੀ। ਪਬਲਿਕ ਜਾਂ ਜਿਹੜਾ ਐਡੀਟਰ ਹੈ, ਜਾਂ ਮਤਲਬ ਜਿਹੜੇ ਤੁਹਾਡੇ ਅੱਗੇ ਲੋਕ ਨੇ, ਜਾਂ ਆਉਣ ਵਾਲੇ ਦਿਨਾਂ 'ਚ ਅਗਰ ਉਹ ਤੁਹਾਡੀ ਤਹਿਰੀਰ ਪੜ੍ਹੀ ਜਾਏਗੀ, ਜੋ ਤੁਸੀਂ ਲਿਖ ਦਿੱਤਾ ਉਹਦੇ 100 ਸਾਲ ਤੱਕ ਵੀ ਚੱਲਣਾ ਹੈ। ਇਕਬਾਲ ਦਾ ਕਲਾਮ ਜਿਹੜਾ ਉਹ ਸਦੀਆਂ ਤੱਕ ਚੱਲਣਾ ਹੈ। ਗਾਲਬ ਪਤਾ ਨਹੀਂ ਕਿੰਨੀ ਦੇਰ ਪਹਿਲੇ ਗੁਜ਼ਰੇ ਨੇ, ਲੇਕਿਨ ਅੱਜ ਵੀ ਗਾਲਬ ਉਸੇ ਤਰ੍ਹਾਂ। ਬਾਬਾ ਬੁੱਲੇ ਸ਼ਾਹ ਹੈ, ਉਹਦਾ ਕਲਾਮ ਮਤਲਬ ਇੱਕ ਦੌਰ ਦੇ ਹੀ ਤੇ ਉਹ ਕਿਤੇ ਸੁੱਟ ਦਿੱਤਾ ਹੋਣਾ ਕਿਸੇ ਨੇ ਕਿ ਯਾਰ ਉਧਰ ਰੱਖ ਦਿਓ, ਬਾਬਾ ਜੀ ਨੇ ਪਤਾ ਨਹੀਂ ਕੀ ਲਿਖ ਦਿੱਤਾ। ਉਹ ਹੁਣ ਉਹਦੀ ਇੱਕ ਇੱਕ ਲਾਈਨ ਜਿਹੜੀ ਹੈ ਬਾਬਾ ਬੁੱਲੇ ਸ਼ਾਹ ਦੀ, ਉਹਦੀ ਵਰਥ ਹੈ, ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਮਤਲਬ ਉਹਨਾਂ ਦਾ ਉਹ ਪੰਜਾਬੀ ਕਲਾਮ ਜਿਹੜਾ ਹੈ, ਉਹ ਤੁਸੀਂ ਦੇਖੋ ਕਿੱਥੇ ਮਤਲਬ ਸ਼ਾਹ ਹੁਸੈਨ ਦੀਆਂ ਕਾਫੀਆਂ, ਉਹ ਜਿਹੜੇ ਮਤਲਬ ਕੀ ਨਾਂ ਹੈ ਉਹ ਦੂਸਰੇ ਜਿਹੜੇ ਸੀ ਬਾਬਾ ਫਰੀਦ, ਉਹਨਾਂ ਦੀਆਂ ਕਾਫੀਆਂ ਜੀ, ਮਤਲਬ ਕਿਸੇ ਨੂੰ ਪਤਾ ਸੀ ਕਿ ਸਦੀਆਂ ਚੱਲਣਾ ਹੈ ਸਾਰਾ, ਬਿਲਕੁਲ ਨਿਕਲ ਕੇ ਸਾਹਮਣੇ ਆ ਰਿਹਾ ਹੈ। ਇਸ ਲਈ ਐਡੀਟਰ ਜਿਹੜਾ ਹੁੰਦਾ ਬਹਰਹਾਲ ਉਹ ਜ਼ਰੂਰੀ ਹੈ, ਲੇਕਿਨ ਇਸ ਵੇਲੇ ਚੁੱਕਿ ਅਫਰਾ ਤਫਰੀ ਹੈ ਤੇ ਮਤਲਬ 5-7 ਇਹੋ ਜਿਹੇ ਸੋਸ਼ਲ ਮੀਡੀਆ ਦੇ ਸਿਲਸਿਲੇ ਨੇ, ਤੇ ਉਹ ਅੰਨੇ ਵਾਹ ਉੱਤੇ ਮਤਲਬ ਚੱਲ ਰਿਹਾ। ਕੋਈ ਉਹ ਲੋਕ ਸਮਝ ਰਹੇ ਨੇ ਕਿ ਜ਼ਿਆਦਤੀ ਹੋ ਰਹੀ ਹੈ, ਕੁਝ ਲੋਕ ਸਮਝ ਰਹੇ ਨੇ ਕਿ ਬੇਈਮਾਨੀ ਹੋ ਰਹੀ ਹੈ, ਕੁਝ ਲੋਕ ਸਮਝ ਰਹੇ ਨੇ ਕਿ ਟਾਈਮ ਜ਼ਾਇਆ ਹੋ ਰਿਹਾ, ਤੇ ਕੁਝ ਲੋਕ ਸਮਝ ਰਹੇ ਨੇ ਕਿ ਇਹਦੇ ਵਿੱਚ ਵੀ ਕਈ ਕੁਝ ਕ੍ਰੀਏਟ ਹੋ ਰਿਹਾ। ਇਸ ਲਈ ਪਰ ਡਿਜੀਟਲਾਈਜੇਸ਼ਨ ਜਿਹੜੀ ਹੈ, ਮਤਲਬ ਉਹ ਤੇ ਅੱਗੇ ਅੱਗੇ ਤੇ ਉਹਨੇ ਕੰਮ ਨੇ ਮਜ਼ੀਦ ਹੁੰਦਾ ਜਾਣਾ ਨਾ, ਇੱਕ ਖਾਸ ਐਂਗਲ ਤੱਕ ਉਹਨੇ ਪਹੁੰਚ ਜਾਣਾ ਆਪਣੀ ਅਸਲੀ ਹਾਲਤ ਦੇ ਵਿੱਚ। ਫਿਲਹਾਲ ਉਹ ਅਫਰਾ ਤਫਰੀ ਦਾ ਸ਼ਿਕਾਰ ਹੈ। ਫਿਲਹਾਲ ਅਫਰਾ ਤਫਰੀ ਯਾਨੀ ਉਹਦੇ ਸਾਨੂੰ ਮਹਿਸੂਸ ਹੁੰਦਾ। ਅੱਛਾ ਮੁਜ਼ੱਫਰ ਸਾਹਿਬ, ਤੁਹਾਡੇ ਜਿਹੜੇ ਕਾਲਮ ਨੇ ਉਹਨਾਂ ਦਾ ਅਗਰ ਅਸੀਂ ਬਗੌਰ ਤਜਜ਼ੀਆ ਕਰਦੇ ਹਾਂ ਨਾ, ਉਹਨਾਂ 'ਚ ਸਾਨੂੰ ਮੁਆਸ਼ਰਤੀ ਰਵੱਈਏ ਲੱਭਦੇ ਆ ਜਿਹੜੇ ਕਿ ਤੁਸੀਂ ਆਪਣੇ ਕਿਰਦਾਰ ਉਹਨਾਂ 'ਚ ਲੈ ਕੇ ਆਉਂਦੇ। ਉਹਨਾਂ 'ਚ ਤੁਸੀਂ ਜਿਹੜਾ ਤੰਜ਼ੋ ਮਜ਼ਾਕ ਦਿੰਦੇ ਹੋ ਨਾ, ਉਹ ਇੱਕ ਨਾਰਮਲ ਜੇ ਗੱਲ ਕਰਕੇ ਤੁਸੀਂ ਨਿਕਲ ਜਾਂਦੇ ਹੋ, ਕੋਈ ਸ਼ਕੀਲ ਨਹੀਂ ਹੈ, ਕੋਈ
ਯਾਨੀ ਕਿ ਉਹ ਇੱਕ ਜਿਹੜਾ ਕਾਰੀ ਪੜਦਾ ਉਹਨੂੰ ਮਜ਼ਾ ਦਿੰਦਾ। ਇਹ ਤੁਸੀਂ ਕਿਸ ਤਰ੍ਹਾਂ ਇਹਨੂੰ ਮੈਨੇਜ ਕਰਦੇ ਹੋ, ਕਿੱਥੋਂ ਲੈਂਦੇ ਹੋ ਇਹ ਚੀਜ਼ਾਂ ਜਿਹੜੀ? ਖਾਲਦ ਸਾਹਿਬ ਤੁਸੀਂ ਹੋ ਗਏ, ਸ਼ੌਕਤ ਅਲੀ ਮੁਜ਼ੱਫਰ ਹੋ ਗਿਆ, ਪੂਰੇ ਜਿੰਨੇ ਸਾਡੇ ਸੀਨੀਅਰ ਲਿਖਾਰੀ ਨੇ ਮਿਜ਼ਾਜ ਦੀ ਦੁਨੀਆ ਦੇ ਲੋਕ, ਉਹ ਸਾਰੇ ਸਮਝਦੇ ਨੇ ਕਿ ਜਿਹੜਾ ਇਸ ਵੇਲੇ ਮਿਜ਼ਾਜ ਜਿਹਨੂੰ ਲੋਕ ਸਮਝ ਰਹੇ ਨਾ ਉਹ ਮਿਜ਼ਾਜ ਨਹੀਂ ਹੈਗਾ, ਉਹ ਫੱਕੜਪਨ ਨੇ। ਉਹਦੇ ਲਈ ਲਾਹੌਰ ਦੇ ਵਿੱਚ ਬੜੇ ਮਰਾਸੀ ਮੌਜੂਦ ਨੇ, ਉਹ ਸਟੇਜ ਤੇ ਚੜ ਜਾਣਗੇ, ਉਹ ਤੁਹਾਨੂੰ ਦੋ ਫਿਕਰਿਆਂ ਨਾਲ ਇੰਨਾ ਹਸਾ ਦੇਣਗੇ ਕਿ ਤੁਹਾਡੇ ਪੇਟ 'ਚ ਬਲ ਪੜ ਜਾਣਗੇ। ਜਿਹੜਾ ਅਸੀਂ ਪਬਲਿਕ ਨੂੰ ਜਿਹੜਾ ਅਸੀਂ ਮਿਜ਼ਾਜ ਦੇਣਾ ਨਾ ਸਰ, ਉਹ ਸੋਫਿਸਟੀਕੇਟਡ ਜਿਹਾ ਮਿਜ਼ਾਜ ਜਿਹੜਾ ਤੁਹਾਨੂੰ ਗੁਦਗੁਦਾਏ। ਸ਼ੁਸਤਾ ਸ਼ੁਐਬ ਬਿਨ ਅਜ਼ੀਜ਼ ਸਾਹਿਬ ਅੱਲਾ ਉਹਨਾਂ ਨੂੰ ਜ਼ਿੰਦਗੀ ਦੇ, ਉਹ ਮੌਜੂਦ ਨੇ। ਉਹ ਮੇਰੀ ਉਹਨਾਂ ਨਾਲ ਇੱਕ ਵਾਰੀ ਮੁਲਾਕਾਤ ਹੋਈ ਅਲਹਮਰਾ 'ਚ, ਬੈਠੇ ਸੀ ਆਪਣੇ ਆਫਿਸ 'ਚ, ਤੇ ਮੈਂ ਮਿਲਿਆ, ਮੈਨੂੰ ਕਹਿੰਦੇ ਯਾਰ ਉਹ ਤੇਰੀ ਕਿਤਾਬ ਜਿਹੜੀ ਹੈ ਨਾ ਬੋਨਾ ਨਹੀਂ ਬੇਵਕੂਫ, ਉਹ ਮੈਂ ਆਪਣੇ ਸਰਾਣੇ ਥੱਲੇ ਰੱਖੀ ਹੈ। ਮੈਂ ਕਿਹਾ ਜੀ ਉਹ ਕਦੇ ਲਈ ਰੱਖੀ? ਉਹ ਕਹਿੰਦਾ ਮੈਨੂੰ ਜਦੋਂ ਨੀਂਦ ਨਹੀਂ ਨਾ ਆਉਂਦੀ ਉਦੋਂ ਮੈਂ ਤੇਰੀ ਕਿਤਾਬ ਖੋਲ ਲੈਣਾ। ਸਹੀ। ਜਦੋਂ ਮੈਂ ਪੜ੍ਹਨਾ ਕਹਿੰਦਾ ਮੈਨੂੰ ਬੜਾ ਮਜ਼ਾ ਉਸ ਲਈ ਆ ਰਿਹਾ ਹੁੰਦਾ, ਕਹਿੰਦਾ ਫਿਰ ਮੈਨੂੰ ਨੀਂਦ ਆ ਜਾਂਦੀ ਨਾ। ਉਹ ਦੇਖੋ ਉਹ ਇੱਕ ਸ਼ੁਸਤਾ ਜਿਹਾ ਮਿਜ਼ਾਜ, ਸ਼ਰਾਰਤ, ਲੇਕਿਨ ਸੋਸ਼ਲ ਮਾਮਲਾਤ ਨੂੰ ਉਹਦੇ ਚ ਟੱਚ ਵੀ ਕੀਤਾ ਜਾਂਦਾ। ਕੋਈ ਤਹਿਰੀਰ ਬੇਮਕਸਦ ਨਹੀਂ ਲਿਖੀ ਅੱਜ ਤੱਕ, ਯਾਨੀ ਕੋਈ ਤਹਿਰੀਰ ਤੁਹਾਨੂੰ ਸਾਡੀ ਐਸੀ ਨਹੀਂ ਮਿਲੇਗੀ ਕਿ ਜਿਹੜੀ ਐਵੇਂ ਮਤਲਬ ਹੈ ਕਿ ਇਧਰੋਂ ਉਧਰੋਂ ਬੋਂਗੀਆਂ ਸ਼ੋਂਗੀਆਂ ਮਾਰ ਕੇ ਤੇ ਚਲੋ ਵਕਤ ਗੁਜ਼ਾਰਿਆ। ਹਰ ਤਹਿਰੀਰ ਦਾ ਐਂਡ ਦੱਸਿਆ ਸਹੀ ਕਿ ਇਹ ਮੁਆਸ਼ਰੇ ਦੇ ਵਿੱਚ ਅੱਛਾ ਨਹੀਂ ਹੋ ਰਿਹਾ। ਉਹ ਕੱਲ ਪਰਸੋਂ ਮੈਂ ਪੜ੍ਹ ਰਿਹਾ ਸੀ ਕਿ ਉਹਨੇ ਕਿਹਾ ਜੀ ਤੁਸੀਂ ਸਿਆਸਤ 'ਚ ਮੁਦਾਖਲਤ ਕਰ ਰਹੇ ਹੋ, ਕਿਸੇ ਲਿਖਾਰੀ ਨੂੰ ਕਿਹਾ ਸੀ ਤੁਸੀਂ ਸ਼ਾਇਰ ਹੋ, ਤੁਸੀਂ ਆਪਣੀ ਸ਼ਾਇਰੀ ਵੱਲ ਤਵੱਜੋ ਰੱਖੋ। ਤੇ ਉਹ ਸੀ ਆਬਦ ਹੁਸੈਨ ਆਬਦ ਸਾਹਿਬ ਨੇ, ਬੜੇ ਵੱਡੇ ਸ਼ਾਇਰ ਨੇ, ਉਹਨਾਂ ਦੇ ਬਾਰੇ ਉਹ ਮੈਂ ਉਹਨਾਂ ਨੂੰ ਲਿਖਿਆ ਥੱਲੇ, ਮੈਂ ਵੀ ਆਪਣੇ ਕਮੈਂਟਸ ਦਿੱਤੇ। ਮੈਂ ਕਿਹਾ ਜੀ ਸ਼ਾਇਰ ਦਾ ਮਤਲਬ ਇਹ ਨਹੀਂ ਹੈ ਕਿ ਉਹ ਰਜ਼ਾਈ 'ਚ ਬਹਿ ਕੇ ਤੇ ਸ਼ਾਇਰੀ ਕਰਦੇ, ਗਜ਼ਲ ਲਿਖਦੇ। ਸ਼ਾਇਰ ਨੇ ਤੇ ਵੇਖਣਾ ਹੈ ਕਿ ਬਾਹਰ ਕੀ ਹੋ ਰਿਹਾ, ਮੁਆਸ਼ਰੇ 'ਚ ਕੀ ਹੋ ਰਿਹਾ। ਇਹ ਜਿੱਥੇ ਅਸੀਂ ਇਸ ਵੇਲੇ ਖੜੇ ਆ, ਇਰਦ ਗਿਰਦ ਸਾਡੇ ਨਸ਼ਈ ਬੈਠੇ ਨੇ। ਮਤਲਬ ਅਸੀਂ ਇੱਥੇ ਆਈਏ, ਅਸੀਂ ਇੱਥੇ ਵਾਕ ਕਰੀਏ, ਅਸੀਂ ਪੌਦਿਆਂ ਨੂੰ ਦੇਖੀਏ, ਅਸੀਂ ਤਫਰੀਹ ਮੋੜ ਦੇ ਜਿੱਥੋਂ ਗੁਜ਼ਰ ਜਾਈਏ, ਸਾਡਾ 80% ਖਿਆਲ ਤੇ ਇਹਨਾਂ ਨਸ਼ਈਆਂ ਵੱਲ ਹੈ। ਬਿਲਕੁਲ ਸਹੀ। ਕਿ ਇਹ ਵਿਚਾਰੇ ਕਿਉਂ ਨਸ਼ੇ ਵੱਲ ਚਲੇ ਗਏ? ਇੰਨੇ ਖੂਬਸੂਰਤ ਲੜਕੇ ਨੇ, ਇਹ ਨਸ਼ਾ ਕਰ ਰਹੇ ਨੇ, ਸਾਲ 2 ਸਾਲ ਜਿਹਨਾਂ ਨੇ ਦੁਨੀਆ ਤੋਂ ਚਲੇ ਜਾਣਾ, ਇਹਨਾਂ ਵੱਲ ਕੌਣ ਤਵੱਜੋ ਦੇਗਾ? ਇਹ ਮਸਾਇਲ ਨੇ ਮੁਆਸ਼ਰਤੀ। ਇਹ ਮਤਲਬ ਸਾਡੇ ਨਾਲ ਵੀ ਜਵਾਨੀ 'ਚ ਅਸੀਂ ਦੇਖੇ ਕੁਝ ਲੋਕਾਂ ਨੇ ਇਹਨਾਂ ਫੀਲਡਾਂ 'ਚ ਮਾਯੂਸੀ ਬੇਸਿਕਲੀ ਹੁੰਦੀ, ਮੁਖਤਲਿਫ ਕਿਸਮ ਦੀਆਂ ਮਾਯੂਸੀਆਂ ਨੇ। ਕੋਈ ਫੈਮਿਲੀ ਮਾਮਲਾਤ, ਕੋਈ ਹੋ ਜਾਂਦਾ, ਹਲਕੇ ਫੁਲਕੇ ਨਸ਼ੇ ਕਰਦੇ ਅਸੀਂ ਦੇਖੇ, ਜਿਨ੍ਹਾਂ ਨੂੰ ਤੇ ਮੁਆਸ਼ਰੇ ਨੇ ਸੰਭਾਲ ਲਿਆ, ਜਿਨ੍ਹਾਂ ਨੂੰ ਮਤਲਬ ਉਹਨਾਂ ਦੇ ਫੈਮਿਲੀ ਮੈਂਬਰਸ, ਅਸੀਂ ਜਿੰਨੀਆਂ ਵਰਕਸ਼ਾਪਾਂ ਅਟੈਂਡ ਕੀਤੀਆਂ ਉਹਨਾਂ ਨੇ ਸਾਨੂੰ ਦੱਸਿਆ ਕਿ ਜੀ ਅਲੂਫਨੈਸ ਜਿਹੜੀ ਹੈ ਨਾ, ਅਕੇਲਾਪਨ, ਉਹਦੀ ਵਜ੍ਹਾ ਤੋਂ ਲੋਕ ਨਸ਼ੇ ਵੱਲ ਜਾਂਦੇ ਨੇ। ਅਗਰ ਸੋਸ਼ਲੀ ਤੁਸੀਂ ਉਹਨਾਂ ਨਾਲ ਮੁਲਾਕਾਤ ਕਰੋ, ਉਹਨਾਂ ਨਾਲ ਗੱਪਸ਼ਪ ਕਰੋ, ਉਹਨਾਂ ਦੇ ਮਸਾਇਲ ਡਿਸਕਸ ਕਰੋ, ਸੋਸ਼ਲੀ ਐਕਟਿਵ ਉਹਨਾਂ ਨੂੰ ਰੱਖਿਆ ਜਾਵੇ। ਹੱਲ ਨਹੀਂ ਵੀ ਕਰ ਸਕਦੇ ਉਹਨਾਂ ਦੇ ਮਸਾਇਲ, ਤੁਸੀਂ ਉਹਨਾਂ ਦੇ ਮਸਾਇਲ ਦੇ ਉੱਤੇ ਉਹਨਾਂ ਨਾਲ ਗੁਫ਼ਤਗੂ ਤੇ ਕਰੋ, ਉਹਨਾਂ ਨੂੰ ਦੱਸੋ, ਹਮਦਰਦੀ ਦਾ ਇਜ਼ਹਾਰ ਕਰੋ। ਉਹਦੇ ਬਾਅਦ ਉਹ ਲੋਕ ਜਿਹੜੇ ਨੇ ਨਸ਼ਾ ਛੱਡ ਵੀ ਗਏ, ਬੜੇ ਲੋਕ ਨਸ਼ੇ ਛੱਡ ਕੇ ਅੱਛੀ ਜ਼ਿੰਦਗੀ ਗੁਜ਼ਾਰ ਰਹੇ ਨੇ। ਇਸ ਲਈ ਇੱਕ ਰਾਈਟਰ ਜਿਹੜਾ ਨਾ, ਉਹਦਾ ਬੇਸਿਕਲੀ ਉਹਨੂੰ ਸੋਸ਼ਲ ਜਿਹੜੇ ਮੈਟਰ ਨੇ ਨਾ ਉਹਨਾਂ ਵੱਲ ਤਵੱਜੋ ਦੇਣੀ ਹੁੰਦੀ ਹੈ। ਅੱਛਾ ਸਰ, ਤੁਸੀਂ ਸ਼ਾਇਰੀ ਕਰਦੇ ਆ, ਇਹ ਮਜ਼ਾਕ ਨੂੰ ਕਿੱਦਾਂ ਆਇਆ? ਸਰ ਮੈਂ ਨਾ ਜਦੋਂ ਵੀ ਲਿਖਣਾ ਨਾ, ਅੱਜ ਵੀ ਮੈਂ ਕੋਈ ਸ਼ਾਇਰੀ ਸ਼ੁਰੂ ਕਰਨਾ ਉਹ ਮੈਂ ਅੱਛੇ ਭਲੇ ਸਾਦਾ ਸ਼ਰੀਫਾਨਾ ਅੰਦਾਜ਼ 'ਚ ਕਰਨਾ। ਉਹ ਮੇਰਾ ਖੁਦ ਬ ਖੁਦ ਪਹਿਲਾ ਮਿਸਰਾ ਕੁਛ ਹੁੰਦਾ, ਉਹ ਦੂਸਰਾ ਜਿਹੜਾ ਉਹ ਮਤਲਬ ਹੋਰ ਪਾਸੇ ਚੱਲ ਪੈਂਦਾ। ਇਹਦਾ ਮਤਲਬ ਹੈ ਕਿ ਮਤਲਬ ਮੌਜੂਦ ਹੈ ਅੰਦਰ। ਚੂੰਕਿ ਮੈਂ ਸਟੇਜ ਤੇ ਇਸ ਲਈ ਨਹੀਂ ਪੰਜਾਬੀ ਸ਼ਾਇਰੀ ਹੈ ਇਹ ਉਹ ਕਰ ਸਕਿਆ ਕਿ ਮੇਰੀ ਜੌਬ ਐਸੀ ਸੀ, ਉਹਦੀ ਵਜ੍ਹਾ ਤੋਂ ਮੈਨੂੰ ਰੁਕਾਵਟ ਸੀ ਕਿ ਮੈਂ ਉੱਥੇ, ਉਹ ਤੁਸੀਂ ਸਮਝਦੇ ਹੋ ਨਾ, ਪੰਜਾਬੀ ਸ਼ਾਇਰੀ ਥੋੜਾ ਮਰਾਸਪਣਾ ਵੀ ਕਰਨਾ ਪੈਂਦਾ ਹੈ। ਤੇ ਉਹ ਮੇਰਾ, ਮੈਂ ਜਿਹੜੀ ਸੁਬਾਹ ਜਿਹੜੀ ਉਹਦੇ ਤੇ ਬਹਿੰਦਾ ਸੀ ਜਾ ਕੇ, ਉਹ ਫਿਰ ਮੈਨੂੰ ਮੁਸ਼ਕਲ ਹੁੰਦੀ ਸੀ ਕਿ ਮੈਂ ਹੁਣ ਸੁਬਾਹ ਇੱਥੇ ਬੈਠਾਂਗਾ ਬਾਹੂ ਬਣ ਕੇ ਟਾਈ ਲਾ ਕੇ, ਤੇ ਸ਼ਾਮ ਨੂੰ ਮੈਂ ਹੁਣ ਮੋਟਾ ਫੜਨਾ ਪੈਣਾ, ਉਹ ਮੈਂ ਕਰਾਂਗੇ, ਮੈਂ ਉਹਨੂੰ ਇਨ ਬਿਟਵੀਨ ਹੀ ਜਿਹੜਾ ਨਾ ਉਹ ਸ਼ਾਇਰੀ, ਲੇਕਿਨ ਮੈਂ ਸੰਭਾਲੀ ਇਹ ਸਾਰੀ ਸਹੀ ਪੰਜਾਬੀ ਦੀ ਉਹ ਬਦਤਮੀਜ਼ ਕਿਸਮ ਦੀ ਸ਼ਾਇਰੀ ਮੈਂ ਕਹਾਂਗਾ, ਉਹ ਮੇਰੇ ਕੋਲ ਮੌਜੂਦ ਹੈ ਹਾਲੇ, ਤੇ ਉਹ ਅੱਜ ਲਈ ਬੜੀ ਸੂਟ ਕਰਦੀ ਹੈ। ਜੋ ਕੁਝ ਚੱਲ ਰਿਹਾ ਨਾ ਫੇਸਬੁੱਕ ਤੇ, ਟਿਕਟੌਕ ਤੇ, ਉਹ ਮੇਰੇ ਕੋਲ ਸਾਰਾ ਸਮਾਨ ਪਿਆ ਹੈ ਪੰਜਾਬੀ ਸ਼ਾਇਰੀ ਦਾ, ਖਾਸ ਤੌਰ ਤੇ। ਅੱਛਾ, ਇਹ ਮਜ਼ਾ ਜਿਹੜਾ ਜ਼ਾਹਰ ਹੈ ਤੁਸੀਂ ਚਾਂਦ ਦਾ ਲਾਏ ਤੇ ਜ਼ਿਆਦਾ ਨਿਖਰੇ,
ਹਾਂ ਚਾਂਦਲ ਕਿਦੋਂ ਆਏ, ਪਹਿਲੀ ਤਹਿਰੀਰ ਚਾਂਦ 'ਚ ਕੀ ਕਿਹੜੀ ਛਾਇਆ ਹੋਈ ਤੁਹਾਡੀ? ਇਹ ਵੀ 81 82 ਚ ਅਸੀਂ ਸ਼ੁਰੂ ਹੋਏ ਚਾਂਦ ਤੇ। ਅੱਛਾ ਉਦੋਂ ਹੀ ਤੁਸੀਂ ਚਾਂਦਲ? ਚਾਂਦ ਤੇ ਅਦਾਬਰਸ। ਹੂੰ ਤੇ ਉਹ ਮੇਰੀ ਨਾ ਖਾਲਿਦ ਬਿਨ ਹਮਦ ਨਾਲ ਇਹ ਗੁਫ਼ਤਗੂ ਹੁੰਦੀ ਸੀ। ਮੇਰਾ ਨਾਂ ਦੂਸਰੇ ਜਾਂ ਪਹਿਲੇ ਨੰਬਰ ਤੇ ਛਾਪਦਾ ਸੀ। ਸਹੀ। ਸਭ ਤੋਂ ਪਹਿਲੇ ਮੇਰਾ ਆਰਟੀਕਲ ਛਪਣਾ ਹੁੰਦਾ। ਮੈਂ ਪੁੱਛਿਆ, ਮੈਂ ਕਿਹਾ ਜੀ ਇਹਨੇ ਵੱਡੇ ਨਾਂ ਨੇ, ਅਤਾਉਲਾ ਕਾਸਮੀ ਸਾਹਿਬ ਵੀ ਚਾਂਦ ਤੇ ਛਪਦੇ ਸੀ। ਹਾਂ ਬਿਲਕੁਲ। ਅਮਜਦ ਇਸਲਾਮ ਅਮਜਦ ਚਾਂਦ ਤੇ ਛਪਦੇ ਸੀ। ਬੜੇ ਬਾਬਾ ਯਾਇਆ ਚਾਂਦ ਤੇ ਛਪਦਾ ਸੀ। ਹਾਂਜੀ। ਹੋਰ ਕੋਈ ਤੁਸੀਂ ਨਾਂ ਲੈ ਲਓ, ਇਹ ਸਾਰੇ ਚਾਂਦ ਤੇ ਛਪਦੇ ਸੀ। ਸਹੀ। ਮੈਂ ਇੱਕ ਦਿਨ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ, ਖਾਲਿਦ ਬਿਨ ਹਾਮਿਦ ਨੂੰ, ਮੈਂ ਕਿਹਾ ਜੀ ਇਹ ਸਾਰੇ ਵੱਡੇ ਲਿਖਾਰੀ ਨੇ, ਮੈਨੂੰ ਤੁਸੀਂ ਉੱਤੇ ਛਾਪ ਦਿੰਦੇ ਹੋ? ਉਹਨੇ ਕਿਹਾ ਮੈਂ ਐਡੀਟਰ ਹਾਂ ਨਾ ਚਾਂਦ ਦਾ, ਤੇ ਮੈਨੂੰ ਪਤਾ ਮੈਂ ਕਿੰਨੂੰ ਕਿੱਥੇ ਗਿਆ। ਸਹੀ। ਫਿਰ ਉਹਨਾਂ ਨੇ ਮੈਨੂੰ ਕਹਿਣਾ ਤੂੰ ਨਜ਼ਮ ਜ਼ਰੂਰ ਭੇਜਣੀ। ਫਿਰ ਮੈਂ ਗਾਣਿਆਂ ਦੀ ਪੈਰੋਡੀ ਜਿਹੜੀ ਹੁੰਦੀ ਸੀ ਉਹ ਭੇਜਣੀ। ਉਹ ਕੋਈ 100 150 ਮੇਰੀ ਛਪੀ ਚਾਂਦ ਦੇ। ਟੱਕਰਾਂ ਜਿਹੜੀਆਂ ਟੱਕਰਾਂ ਜਿਹੜੀਆਂ ਹੁੰਦੀਆਂ, ਫਿਰ ਬਦਰ ਸਈਦ, ਫਿਰ ਤੁਸੀਂ KM ਖਾਲਿਦ, ਫਿਰ ਅਮੀਨ ਸਾਹਿਬ ਜਿਹੜੇ ਆਪਣੇ ਹੁੰਦੇ ਸੀ, ਇਹ ਸਾਰੇ ਮਤਲਬ ਅਸੀਂ ਜਿਹੜਾ ਨਾ ਇਹ ਸਾਰੇ ਅਸੀਂ ਉਹ ਮੈਗਜ਼ੀਨ ਜਿਹੜਾ ਨਾ ਅਸੀਂ ਸਾਰੇ ਜਣੇ ਕਰਦੇ ਸੀ। ਤੇ ਉਹ ਬੜਾ ਪਪੂਲਰ ਸਾਡਾ ਸਿਸਟਮ, ਇੱਕ ਤੁਹਾਨੂੰ ਪਤਾ ਹੀ ਹੈ। ਸਹੀ। ਚਾਂਦ 13 ਤਰੀਕ ਨੂੰ ਆਉਂਦਾ ਸੀ ਤੇ 13 ਤਰੀਕ ਤੱਕ ਜਿਹੜਾ ਨਾ ਉਹ ਸਾਰਾ ਮਾਮਲਾ ਰੈਡੀ ਹੁੰਦਾ ਸੀ। ਉਧਰ ਚਾਂਦ ਆਇਆ ਨਹੀਂ ਤੇ ਸਾਰਾ ਵਿਕ ਜਾਂਦਾ ਸੀ। ਤੁਹਾਨੂੰ ਪਤਾ ਹੀ ਹੈ ਕੌਣ ਕੌਣ ਛਪਦਾ ਸੀ। ਕਰਾਚੀ ਤੋਂ ਲੈ ਕੇ ਤੇ ਪਸ਼ਾਵਰ ਤੱਕ। ਹਾਂ ਬਿਲਕੁਲ ਜੀ, ਪੂਰਾ 200-250 ਲੋਕ ਸੀ ਅਸੀਂ। ਹਾਂ ਹਾਂ। ਤੇ ਇਸ ਤਰ੍ਹਾਂ ਸੀ ਜਿਵੇਂ ਅਸੀਂ ਨਾ ਕੋਈ ਗਰੋਹ ਜਿਹਾ ਇਕੱਠਾ ਹੋ ਗਿਆ। ਬਿਲਕੁਲ ਪ੍ਰੈਸ਼ਰ ਗਰੁੱਪ ਕਹਿ ਲਓ ਲਿਖਾਰੀਆਂ ਦਾ। ਇਸ ਤਰ੍ਹਾਂ ਤੇ ਸਾਰੇ ਕਲਾਸ ਦੇ ਰਾਈਟਰ, ਉਹ ਚਾਂਦ ਬੰਦ ਹੋਇਆ, ਉਹ ਸਾਰੇ ਬਿਖਰ ਗਏ। ਅਸੀਂ ਸਾਰੇ ਰਾਬਤੇ 'ਚ ਆਪਸ। ਫਿਰ ਉਹਦੇ ਬਾਅਦ ਜ਼ਰਾਫਤ ਕਰਾਚੀ ਤੋਂ ਛਪਿਆ, ਮਜ਼ਾਈਆ ਰਸਾਲਾ, ਜ਼ਿਆਉਲਾ ਕਾਸਮੀ, ਅਤਾਉਲਾ ਕਾਸਮੀ ਸਭ ਦੇ ਭਾਈ। ਉਹ 2 ਸਾਲ ਚੱਲਿਆ, ਉਹ ਫੌਤ ਹੋ ਗਏ ਅਚਾਨਕ। ਉਹਦੇ ਬਾਅਦ ਪਿੰਡੀ ਤੋਂ ਇੱਕ ਰਸਾਲਾ ਆਂਦਾ ਸੀ, ਉਹ 4 ਉਹਦੇ ਸ਼ੁਮਾਰੇ ਆਏ, ਸਰਫਰਾਜ਼ ਸ਼ਾਹਿਦ ਸਾਹਿਬ ਇਹ ਉਹ ਉਹਨਾਂ ਨੇ ਛਾਪਿਆ, ਉਹ ਵੀ ਬੰਦ ਹੋ ਗਿਆ। ਕੋਈ ਪਲੇਟਫਾਰਮ ਨਹੀਂ ਇਹਨਾਂ ਬੰਦਿਆਂ ਨੂੰ ਮਿਲਿਆ। ਪੰਜਾਬੀ ਉਰਦੂ ਦੇ ਮਜ਼ਾਈਆ ਜਿਹੜੇ ਸੀ ਰਾਈਟਰ, ਇਹ ਸਾਰੇ ਜਿਹੜਾ ਤੁਸੀਂ ਨਾਂ ਲਵੋਗੇ ਉਹ ਸਾਡਾ ਚਾਂਦ 'ਚ ਅਦਾਵਰਸ, ਉਹ ਸਾਡਾ ਸਾਥੀ ਸੀ। ਜ਼ਾਹਰ ਹੈ ਜੀ। ਫਿਰ ਜਿੰਨੇ ਵੱਡੇ ਲਿਖਾਰੀ, ਮੈਂ ਤੁਹਾਨੂੰ ਮਿਸਾਲ ਦਿੱਤੀ ਨਾ ਖਲੀਲੁਰ ਰਹਿਮਾਨ ਕਮਰ ਦੀ, ਮਤਲਬ ਪਬਲਿਕ ਨੂੰ ਪਤਾ ਕਿ ਖਲੀਲੁਰ ਰਹਿਮਾਨ ਕਮਰ ਬਹੁਤ ਵੱਡਾ ਡਰਾਮਾ ਨਿਗਾਰ ਹੈ। ਮੈਨੂੰ ਪਤਾ ਕਿ 81 ਦੇ ਵਿੱਚ ਵੀ ਇਹ ਡਰਾਮੇ ਲਿਖਦਾ ਸੀ ਤੇ ਕਲਾਸ ਦੇ ਡਰਾਮੇ, ਯਾਨੀ ਉਦੋਂ ਵੀ ਇਹਦੇ ਅੰਦਰ, ਯਾਨੀ ਇਹ ਸਾਡੇ ਘਰ ਤੋਂ ਨਾ 8-10 ਘਰ ਦੂਰ ਇਹਨਾਂ ਦੀ ਰਹਿਸ਼। ਅੱਛਾ ਅੱਛਾ। ਤੇ ਇਹਨੇ ਡੇਲੀ ਸ਼ਾਮ ਨੂੰ ਖਲੀਲ ਰਹਿਮਾਨ ਕਮਰ ਨੇ ਆ ਜਾਣਾ, ਸਲਾਮ ਅਲੈਕੁਮ। ਮੈਨੂੰ ਕਹਿਣਾ ਮੈਂ ਤੇ ਵਾਲਦ ਸਾਹਿਬ ਨਹੀਂ ਨਿਕਲਣ ਦੇ ਰਹੇ, ਮੈਂ ਤੇ ਪੜਨ ਲੱਗਾ। ਅੱਛਾ। ਇਹਨੇ ਫਿਰ ਮਾਯੂਸ ਹੋ ਕੇ ਚਲੇ ਜਾਣਾ ਕਿ ਤੂੰ ਡਰਾਮਾ ਫਲਾਣਾ ਲਿਖਦਾ ਕਿਉਂ ਨਹੀਂ ਪਿਆ। ਉਹ ਮੈਂ ਕਿਹਾ ਯਾਰ ਮੇਰੇ ਕੋਲ ਟਾਈਮ ਨਹੀਂ ਹੈਗਾ, ਤੂੰ ਸ਼ਾਇਰੀ ਦੇ ਬੜੇ ਆ ਇੱਧਰ। ਇਹ ਮਤਲਬ ਸ਼ੁਰੂ 'ਚ ਸ਼ਰਾਰਤੀ ਤੇ ਗੁੱਸੇ ਵਾਲਾ। ਅੱਛਾ, ਜਿਹੜਾ ਅਵਾਰਡ ਦਾ ਇੱਕ ਸਿਲਸਿਲਾ ਹੁੰਦਾ ਹੈ, ਤੁਸੀਂ ਸਮਝਦੇ ਹੋ ਕਿ ਇੱਕ ਲਿਖਾਰੀ ਲਈ ਅਵਾਰਡਸ ਕੋਈ ਅਹਿਮੀਅਤ ਰੱਖਦੇ? ਮੈਂ ਤੁਹਾਨੂੰ ਦੱਸਿਆ ਨਾ ਕਿ ਮਿਰਜ਼ਾ ਅਦੀਬ ਉਹਨੂੰ ਨੋਬਲ ਪ੍ਰਾਈਜ਼ ਮਿਲ ਸਕਦਾ ਸੀ ਅਗਰ ਲੌਬੀ ਕੀਤੀ ਜਾਂਦੀ ਸਹੀ। ਮਤਲਬ ਜਿਸ ਤਰ੍ਹਾਂ ਕਿ ਗਰਾਊਂਡ ਬਣਾਈ ਜਾਂਦੀ ਹੈ, ਇੱਕ ਚੀਜ਼ ਨੂੰ ਕੀਤਾ ਜਾਂਦਾ ਹੈ ਪਬਲਿਕ ਦੇ ਵਿੱਚ, ਉਹਨੂੰ ਮਤਲਬ ਉਸ ਤਰ੍ਹਾਂ ਪਪੂਲਰ ਹੋ ਜਾਂਦੀ ਹੈ। ਬਾਕੀ ਉੱਤੇ ਥੋੜਾ ਬਹੁਤ ਉਹ ਵੀ ਚੱਲਦਾ ਸੀ, ਉਹ ਨਹੀਂ ਮਿਲਿਆ ਉਹਨਾਂ ਨੂੰ। ਤੇ ਕੋਈ ਗੱਲ ਨਹੀਂ ਮਿਲਿਆ ਅਵਾਰਡ। ਹੁਣ ਇੱਕ ਅੱਧੇ ਬੰਦੇ ਨੂੰ ਮਿਲਣਾ ਹੁੰਦਾ, ਉਹ 'ਚ ਥੋੜੀ ਬਹੁਤ ਮੈਂ ਦੇਖਿਆ ਕਿ ਹਮੇਸ਼ਾ ਤੋਂ ਥੋੜੀ ਬਹੁਤ ਡੰਡੀ ਵੀ ਵੱਜ ਜਾਂਦੀ ਹੈ ਅਵਾਰਡਾਂ ਦੇ ਵਿੱਚ। ਹੁਣ ਜਿਹੜਾ ਨੋਬਲ ਪ੍ਰਾਈਜ਼ ਮਿਲਦਾ ਪਤਾ ਨਹੀਂ ਉਹ ਮਤਲਬ ਇਸਰਾਈਲ ਦੇ ਕੋਲ ਕਿੰਨੇ 70 ਨੋਬਲ ਪ੍ਰਾਈਜ਼ ਨੇ ਸ਼ਾਇਦ, ਬਾਕੀ ਪੂਰੇ ਸਬ ਕੰਟੀਨੈਂਟ ਦੇ ਵਿੱਚ 2-3 ਨੋਬਲ ਪ੍ਰਾਈਜ਼। ਅਸੀਂ ਕਹਿ ਸਕਦੇ ਹਾਂ ਕਿ ਕਾਰੀ ਦੀ ਜਿਹੜੀ ਪਜ਼ੀਰਾਈ ਆ ਉਹ ਇੱਕ ਲਿਖਾਰੀ ਲਈ ਉਹੀ ਉਹ ਬਹੁਤ ਹੈ, ਉਹ ਬਹੁਤ ਹੈ। ਮਤਲਬ ਹੈ ਕਿ ਬਲਕਿ ਉਹ ਲਿਖਾਰੀ ਜਿਹੜਾ ਉਹ ਉਸ ਵੇਲੇ ਉਹ ਸਮਝਦਾ, ਮੁਤਮਈਨ ਹੋ ਜਾਂਦਾ ਜਦੋਂ ਤਹਿਰੀਰ ਲਿਖ ਲੈਂਦਾ। ਤਹਿਰੀਰ ਕੋਈ ਪੜੇ ਨਾ ਪੜੇ, ਲੇਕਿਨ ਆਪਣਾ ਜਿਹੜਾ ਨਾ ਉਹਦੀ ਆਪਣੀ ਸੈਟੀਸਫੈਕਸ਼ਨ ਹੋ ਗਈ ਜਦੋਂ ਉਹਨੇ ਸ਼ਾਇਰੀ ਕਰ ਦਿੱਤੀ, ਜਾਂ ਜਦੋਂ ਉਹਨੇ ਕੋਈ ਐਸਾ ਮਤਲਬ ਕੀ ਕਹਿੰਦੇ ਨੇ ਮਾਸਟਰਪੀਸ ਤਿਆਰ ਹੋ ਗਿਆ। ਉਹਨੂੰ ਪਤਾ ਹੈ ਕਿ ਉਹ ਕਿ ਇਹ ਨੇਚਰ ਤਾਂ ਤੁਸੀਂ ਸਮਝਦੇ ਹੋ ਕਿ ਮਤਲਬ ਤੁਸੀਂ ਲੱਖ ਕੋਸ਼ਿਸ਼ ਕਰ ਲਓ, ਮਾਹੌਲ ਬਣਾਓ, ਬੈਠ ਕੇ ਲਿਖੋ, ਉਹ ਕੋਈ ਨਹੀਂ ਲਿਖਿਆ ਜਾਂਦਾ। ਕਦੀ ਐਸਾ ਹੁੰਦਾ ਕਿ ਤੁਸੀਂ ਬੱਸ ਦੇ ਸਫ਼ਰ ਕਰ ਰਹੇ ਹੋ, ਉਹ ਤੁਹਾਡੇ ਕੋਲ ਐਸੀ ਤਹਿਰੀਰ ਕੋਈ ਤਿਆਰ ਹੋ ਜਾਂਦੀ ਹੈ, ਤੁਸੀਂ ਉੱਥੇ ਹੀ ਬਹਿ ਕੇ ਛੋਟਾ ਮੋਟਾ ਉਹਦਾ ਕਰ ਲੈਂਦੇ ਹੋ, ਲੇਕਿਨ ਉਹ ਤਹਿਰੀਰ ਤੁਹਾਡੀ ਬਾਕੀ ਤਹਿਰੀਰਾਂ ਨੂੰ ਪਿੱਛੇ ਛੱਡ ਜਾਂਦੀ। ਇਸ ਲਈ ਇਹ ਵਕਤ ਜਿਹੜਾ ਹੁੰਦਾ ਹਰ ਸ਼ਾਇਰੀ ਖਾਸ ਤੌਰ ਤੇ ਇਹਦੇ ਲਈ ਤੇ ਕੈਫੀਆਤ ਨੇ ਮੈਂ ਦੇਖਿਆ। ਅੱਛਾ, ਮੈਂ ਉਹੀ ਸਵਾਲ ਤੁਹਾਡੇ ਨਾਲ ਕਰਨਾ ਚਾਹ ਰਿਹਾ ਸੀ। ਅੱਛਾ,
ਬਹੁਤ ਸਾਰੇ ਲੋਕ ਕਹਿੰਦੇ ਨੇ, ਜਿੱਦਾਂ ਖਲੀਲ ਰਹਿਮਾਨ ਕਮਰ ਸਾਹਿਬ ਵੀ ਕਹਿੰਦੇ ਨੇ ਕਿ ਸ਼ਾਇਰੀ ਜਿਹੜੀ ਹੈ ਉਹਨਾਂ ਦੇ ਪੂਰੀ ਦੀ ਪੂਰੀ ਉਤਰਦੀ ਹੈ, ਉਹਨਾਂ ਨੂੰ ਕੋਈ ਕਤਾ ਬਰੀਦ ਕਰਨ ਦੀ ਜਾਂ ਸਹੀ ਕਰਨ ਦੀ ਜ਼ਰੂਰਤ ਨਹੀਂ ਪੇਸ਼ ਆਉਂਦੀ। ਕੀ ਵਾਕਈ ਇਸ ਤਰ੍ਹਾਂ ਹੁੰਦਾ? ਅੱਛਾ, ਚੰਦ ਲੋਕ ਇਸ ਤਰ੍ਹਾਂ ਦੇ ਹੁੰਦੇ ਜੀ। ਅੱਛਾ, ਹੈ ਨੇ। ਹਾਂ, ਮਤਲਬ ਮੈਂ ਸਮਝਦਾ ਲਾਹੌਰ ਦੇ ਵਿੱਚ ਅਸੀਂ ਐਸੇ ਕਈ ਸ਼ਾਇਰਾਂ ਨੂੰ ਮਿਲੇ ਜੋ ਰਾਈਟਰ ਸੀ। ਇਹ ਹਮੀਦ, ਹਾਂਜੀ, ਇਹ ਹਮੀਦ ਰਾਈਟਰ ਹੀ ਪੈਦਾ ਹੋਇਆ ਸੀ। ਹੂੰ, ਇਸ਼ਤਿਆਕ ਸਾਹਿਬ ਸੀ ਆਪਣੇ, ਇਸ਼ਤਿਆਕ ਅਹਿਮਦ ਸਾਹਿਬ, ਹਾਂ, ਉਹ ਮੈਂ ਸਮਝਦਾ ਉਹ ਪੈਦਾ ਹੀ ਇਸ ਕੰਮ ਲਈ ਹੋਏ ਸੀ। ਸਹੀ। ਉਹਨਾਂ ਨੂੰ ਕਿਸੇ ਹੋਰ ਕੰਮ ਦੀ ਜ਼ਰੂਰਤ ਨਹੀਂ, ਨਾ ਉਹਨਾਂ ਦਾ ਮਤਲਬ ਉਹ ਇਸ ਤਰ੍ਹਾਂ ਜਿਹੜਾ ਅਹਿਸਾਨ ਦਾਨਸ਼ ਉਹਨਾਂ ਦੇ ਬਾਰੇ ਵੀ ਸੀ ਕਿ ਉਹ ਸ਼ਾਇਰ ਹੀ ਪੈਦਾ ਹੋਏ ਸੀ। ਸੂਫੀ ਤਬਸਮ ਉਹ ਸ਼ਾਇਰ ਹੀ ਪੈਦਾ ਹੋਏ। ਹੁਣ ਤਾਉਲਾ ਕਾਸਮੀ, ਤੁਸੀਂ ਇਹਨਾਂ ਦੇ ਕੋਲ ਬੈਠ ਜਾਓ, ਉਹ ਤੁਹਾਨੂੰ ਤੁਸੀਂ 2 ਘੰਟੇ ਵੀ ਬੈਠੇ ਰਹੋਗੇ, ਤੁਸੀਂ ਹੱਸ ਕੇ ਪਾਗਲ ਹੋ ਜਾਓਗੇ। ਉਹ ਨੈਚੁਰਲੀ ਉਹਨਾਂ ਦੀ ਗੁਫ਼ਤਗੂ ਦੇ ਵਿੱਚ ਉਹ ਸਾਰਾ ਕੁਝ ਮੌਜੂਦ ਹੈ। ਕਿ ਤੁਹਾਨੂੰ ਮਤਲਬ ਤੁਸੀਂ ਸਮਝੋਗੇ ਕਿ ਯਾਰ ਇਹ ਕੀ ਬਾਤ ਹੈ, ਰੱਬ ਵੱਲੋਂ ਵਧੀਅਤ ਹੈ। ਮੈਂ ਸਮਝਦਾ ਖਲੀਲ ਰਹਿਮਾਨ ਕਮਰ ਜਾਂ ਚੰਦ ਲੋਕ ਜਾਂ ਅਲਾਮਾ ਇਕਬਾਲ ਕਹਿ ਲਓ ਤੁਸੀਂ, ਇਹ ਲੋਕ, ਮੌਲਾਨਾ ਜ਼ਫਰ ਅਲੀ ਖਾਨ ਸੁਣਿਆ, ਉਹ ਵੀ ਇਸ ਤਰ੍ਹਾਂ ਦੇ ਸੀ ਕਿ ਇਹ ਕਾਫੀ ਸਾਰੇ ਲੋਕ ਨੇ, ਇਹਨਾਂ ਨੂੰ ਵਾਕਈ ਜਿਹੜਾ ਨਾ ਇਹ ਮਤਲਬ ਉਤਰਦੀ ਹੋਏਗੀ ਚੀਜ਼। ਅੱਛਾ, ਇਹ ਮਸਲਨ ਸ਼ਾਇਰੀ ਦੀ ਜਾਂ ਕਿਸੇ ਚੀਜ਼ ਦੀ ਆਮਦ ਦੀ ਕੋਈ ਕਫੀਅਤ, ਕੋਈ ਟਾਈਮ ਦੀ ਮੁਹਤਾਜ ਹੁੰਦੀ ਹੈ? ਕੋਈ ਟਾਈਮ ਨਹੀਂ, ਕੋਈ ਟਾਈਮ ਨਹੀਂ ਸਰ। ਤੁਸੀਂ ਰਾਤ ਨੂੰ ਹੁਣ ਜਿਸ ਤਰ੍ਹਾਂ ਸੋਸ਼ਲ ਮੀਡੀਆ ਵਾਲਾ ਕੰਮ ਹੈ, ਇਹ ਰਾਤ ਨੂੰ ਕਈ ਦਫਾ ਹੋਇਆ ਅਸੀਂ ਰਾਤ 3 ਵਜੇ ਸੋ ਕੇ ਅੱਖ ਖੁੱਲੀ 3 ਵਜੇ ਸਵੇਰ ਤੇ ਜ਼ਮਾਨਾ ਸੋ ਰਿਹਾ ਤੇ ਅਸੀਂ ਜਦੋਂ ਸੋਸ਼ਲ ਮੀਡੀਆ ਵੱਲ ਤਵੱਜੋ ਕੀਤੀ 80% ਲੋਕ ਜਾਗ ਰਹੇ ਨੇ ਤੇ ਉਹਦੇ ਤੇ ਅੰਗੇਜ ਹੋਏ ਨੇ। ਇਹਦੇ ਕੋਈ ਟਾਈਮ ਸ਼ਾਈਮ ਕੋਈ ਨਹੀਂ ਹੁੰਦਾ, ਇਹ ਬਸ ਕੈਫੀਅਤ ਹੀ ਹੈ। ਔਰ ਇੱਕ ਤੇ ਇਹ ਹੈ ਕਿ ਆਮ ਬੰਦੇ ਜਿਹੜਾ ਨਾ, ਤੁਸੀਂ 100 ਬੰਦਿਆਂ ਸਾਰਿਆਂ ਨੂੰ ਲਿਖਾਰੀ ਨਹੀਂ ਬਣਾ ਸਕਦੇ। ਉਹਨਾਂ ਚੋਂ 15-20 ਜਿਹੜੇ ਨੇ ਉਹ ਨਿਕਲ ਆਣਗੇ, ਉਹਨਾਂ ਚੋਂ ਖਾਸ ਮਿਜ਼ਾਜ ਦੇ ਜਿਹੜੇ ਨੇ ਉਹ 5-7 ਨਿਕਲ ਆਣਗੇ, ਉਹਨਾਂ ਚੋਂ ਜਿਹੜੇ ਨੈਚੁਰਲੀ ਉਹਨਾਂ ਵਿਚੋਨਾ ਜਿਨ੍ਹਾਂ ਦਾ ਉਹ ਬਣ ਜਾਏਗਾ, ਉਹ ਐਵੇਂ 2-4 ਲੋਕ ਤੁਹਾਨੂੰ ਮਿਲਣਗੇ ਤੇ ਦੁਨੀਆ ਉਹਨਾਂ ਨੂੰ ਹੀ ਜਾਣਦੀ। ਬਾਕੀ ਜਿਹੜੇ ਨੇ ਨਾ ਉਹ ਆਹਿਸਤਾ ਆਹਿਸਤਾ, ਮਤਲਬ ਸਾਡੇ ਨਾਲ ਚਾਂਦ ਦੇ ਵਿੱਚ ਇੱਧਰ ਉੱਧਰ ਜਿਹੜੇ ਲਿਖਦੇ ਸੀ 200-250 ਲੋਕ ਸੀ ਤੇ ਮੇਰੇ ਨਾਲ ਦੇ ਤਕਰੀਬਨ ਸਾਰੇ ਰਾਬਤੇ ਚ ਨੇ ਹਾਲੇ ਤੱਕ। ਸਹੀ। ਲੇਕਿਨ ਉਹ ਆਹਿਸਤਾ ਆਹਿਸਤਾ ਕੁਛ ਉਹਨਾਂ ਚੋਂ ਲਿਖਣਾ ਛੱਡ ਗਏ, ਕੁਛ ਦੀ ਜਿਹੜੀ ਉਹ ਮਤਲਬ ਉਹ ਕੰਸੈਂਟਰੇਸ਼ਨ ਨਹੀਂ ਦੇ ਸਕੇ ਦੁਨਿਆਵੀ ਤੌਰ ਤੇ, ਮਤਲਬ ਉਹ ਐਸੇ ਮਾਮਲਾਤ ਦੇ ਵਿੱਚ ਬਿਜ਼ੀ ਹੋ ਗਏ, ਮਸਰੂਫੀਅਤ ਦੁਨੀਆਦਾਰੀ ਦੀਆਂ। ਕੁਛ ਜਿਹੜੇ ਨੇ ਉਹ ਮੈਂ ਦੇਖਿਆ ਉਹ ਅੱਜ ਵੀ ਲਗਾਤਾਰ ਉਸੇ ਤਰ੍ਹਾਂ। ਮੀਆਂ ਗਫਾਰ ਸਾਫੀ ਹੈ, ਬਦਰ ਸਈਦ ਮਤਲਬ ਸਾਡਾ ਛੋਟੇ ਭਾਈਆਂ ਦੀ ਤਰ੍ਹਾਂ, ਇਹ ਮੈਂ ਦੇਖਿਆ ਇਹ ਬੰਦੇ ਇਹ ਲੱਗੇ ਰਹੇ ਨੇ ਆਪਣੇ ਕੰਮ ਨੂੰ। ਇਸ ਤਰ੍ਹਾਂ ਥੋੜੇ 2-4 ਲੋਕ ਹੁੰਦੇ ਨੇ ਜਿਹੜੇ ਬਿਲਕੁਲ ਨੁਮਾਇਆ ਵੀ ਹੋ ਜਾਂਦੇ ਨੇ, ਜਾਂ ਜਿਹੜੇ ਮਤਲਬ ਜਿਨ੍ਹਾਂ ਨੂੰ ਕੁਦਰਤੀ ਤੌਰ ਤੇ ਉਹ ਪੈਦਾ ਹੀ ਇਸ ਕੰਮ ਲਈ ਹੋਏ ਹੁੰਦੇ। ਇਹ ਬਣਾਵਟੀ ਚੀਜ਼ਾਂ ਨਹੀਂ ਹੁੰਦੀਆਂ ਸਰ। ਅੱਛਾ, ਆਪ ਸਾਹਿਬ ਇਸ ਵੇਲੇ ਤੁਹਾਡੀਆਂ ਕਿੰਨੀਆਂ ਬੁੱਕਸ ਨੇ ਜਿਹੜੀਆਂ ਪਬਲਿਸ਼ਰ ਹੋ ਕੇ ਤੇ ਮਾਰਕੀਟ? 23 ਕਿਤਾਬਾਂ ਨੇ ਮੇਰੀਆਂ, ਮੁਖਤਲਿਫ ਟਾਈਮਾਂ ਚ ਆਉਂਦੀਆਂ ਰਹੀਆਂ। ਅੱਛਾ, ਉਹ ਜਿਹੜੇ ਲਿਖਾਰੀ ਹੁੰਦੇ ਨੇ ਜ਼ਿਆਦਾ ਸੁਸਤ ਵੀ ਤੇ ਹੁੰਦੇ ਨੇ, ਤੁਹਾਨੂੰ ਪਤਾ। ਅਸਲੀ ਸੁਸਤੀ ਜਿਹੜੀ ਹੈ, ਪਬਲਿਸ਼ਰ ਨੇ ਕਿਹਾ ਭੇਜ ਦਿਓ, ਮੈਂ ਦੇਖਾਂਗਾ, ਉਹ ਚ ਕੁਛ ਐਡ ਕਰ ਦਿਓ, ਗੌਰ ਕਰਾਂਗੇ। ਉਹ ਕਈ ਪਈਆਂ ਨੇ ਰੈਡੀ, ਮਤਲਬ, ਲੇਕਿਨ ਉਹਨਾਂ ਚ ਥੋੜਾ ਉਹਨਾਂ ਨੂੰ ਪ੍ਰੂਫ ਰੀਡਿੰਗ ਕਿਸੇ ਦੀ ਰਹਿੰਦੀ ਹੈ। ਉਹ ਇਸ ਤਰ੍ਹਾਂ ਵਕਤ ਗੁਜ਼ਰਦਾ ਜਾਂਦਾ ਹੈ। ਬੀਇੰਗ ਇੱਕ ਰਾਈਟਰ, ਤੁਸੀਂ ਇਸ ਵੇਲੇ ਮਾਸ਼ਾਅੱਲਾ ਅੱਛੇ ਲਿਖਣ ਵਾਲਿਆਂ ਸ਼ੁਮਾਰ ਹੁੰਦਾ ਤੁਹਾਡਾ, ਇੱਕ ਨਵੇਂ ਲਿਖਾਰੀ ਲਈ ਤੁਹਾਡਾ ਕੀ ਮਸ਼ਵਰਾ ਹੈ? ਸਭ ਨਵੇਂ ਲਿਖਾਰੀ ਲਈ ਪਹਿਲੀ ਤੇ ਜ਼ਰੂਰਤ ਹੈ ਕਿ ਜਿਹੜੇ ਟਿਕਟੌਕ ਵਗੈਰਾ ਤੇ ਮੁੰਡੇ ਟਾਈਮ ਜ਼ਾਇਆ ਲੜਕੀਆਂ ਕਰ ਰਹੇ ਨੇ, ਉਹ ਮਤਲਬ ਇਹਦੇ ਵੱਲ ਤਵੱਜੋ ਦੇਣ ਕਿ ਇਹ ਟਿਕਟੌਕ ਅੱਜ ਤੁਸੀਂ ਉੱਥੇ ਆਈ ਹੈ ਤੁਹਾਡੀ, ਉਹ ਕੱਲ ਨਹੀਂ ਮੌਜੂਦ ਹੋਣੀ। ਉਹ ਕਿਤੇ ਰਿਕਾਰਡ 'ਚ ਚਲੀ ਜਾਏਗੀ, ਲੇਕਿਨ ਉਹ ਫਰੰਟ ਤੇ ਨਹੀਂ ਆਏਗੀ। ਇਸੇ ਤਰ੍ਹਾਂ YouTube ਦੇ ਉੱਤੇ ਜੋ ਕੁਝ ਤੁਸੀਂ, ਉਹ ਇੰਨਾ ਜ਼ਿਆਦਾ, ਮੈਂ ਕੱਲ ਪੜ੍ਹ ਰਿਹਾ ਸੀ ਹਲੇ ਕਿ YouTube ਵਾਲਿਆਂ ਨੇ ਪਤਾ ਨਹੀਂ ਪਿਛਲੇ 6 ਮਹੀਨੇ ਦਾ ਸ਼ਾਇਦ ਦੱਸਿਆ ਕਿ ਕਿੰਨੇ ਅਰਬ ਲੋਕਾਂ ਨੇ ਉੱਤੇ ਆਪਣੀਆਂ ਜਿਹੜੀਆਂ ਨਾ ਉਹ ਵੀਡੀਓਜ਼ ਪਾਈਆਂ, ਉਹ ਵੀਡੀਓ ਕੀਤੀਆਂ। ਉਹ ਕਿੱਧਰ ਗਈਆਂ? ਉਹ ਸਾਰੀਆਂ ਮਿਕਸ ਹੋ। ਗੱਲ ਹੈ ਵੀ ਜਿਹੜਾ ਇਹ ਫੀਲਡ ਹੈ ਨਾ, ਸਹਾਫਤ, ਉਹਦੇ ਮੁਤਲਕ ਆ ਜਿਹੜਾ ਮਤਲਬ ਅਦਬ ਤਖਲੀਕ ਕਰਨਾ, फिर भी पेपरलेस से दुनिया जा रही है, ठीक है, अखबार घट गया, ये वो सारा कुछ, लेकिन फिर भी तहरीर जड़ी है ना, वो ही है कंटेंट जेड़ा ना, वो नहीं ते अगे चलना ना, मतलब ਉਹਦੇ बगैर नहीं। तो जरूरी है कि ਅੱਜ ਦੀ ਨਸਲ ਜਿਹੜੀ ਹੈ ਉਹ ਆਪਣਾ ਅਦਬ ਨਾਲ ਤਾਲੁਕ ਨਾ ਤੋੜੇ, ਉਹ ਖਾਲੀ ਸੋਸ਼ਲ ਮੀਡੀਆ ਨੂੰ ਸਭ ਕੁਝ ਨਾ ਸਮਝ ਲਵੇ, ਉਹ ਦੇਖੇ ਕਿ ਅਦਬ ਜਿਹੜਾ ਨਾ, ਮਤਲਬ ਸ਼ਾਇਰੀ ਅੱਜ ਵੀ ਲੜਕੀਆਂ ਲੜਕੇ ਕਰ ਰਹੇ ਨੇ। ਇਹ ਕੈਫੀਅਤ ਉਹਨਾਂ ਤੇ ਵੀ ਆਂਦੀਆਂ ਹੋਣਗੀਆਂ ਜਿਹੜੀਆਂ ਜਵਾਨੀ ਚ ਸਭ ਤੇ ਆਂਦੀਆਂ, ਜਿਨ੍ਹਾਂ ਦੀ ਵਜ੍ਹਾ ਤੋਂ ਸ਼ਾਇਰੀ ਜਿਹੜੀ ਉਹ ਹੁੰਦੀ ਹੈ ਜਾਂ ਇਸ ਤਰ੍ਹਾਂ ਦੇ ਮਾਮਲਾਤ ਲਿਖੇ ਜਾਂਦੇ ਨੇ। ਤੇ ਉਹਨਾਂ ਨੂੰ ਚਾਹੀਦਾ ਕਿ ਉਹਨੂੰ ਤਵੱਜੋ ਦੇਣ, ਜਾਰੀ ਰੱਖਣ
ਅੱਛਾ, ਸਾਡੇ ਜਿਹੜੇ ਨਵੇਂ ਲਿਖਾਰੀ ਆ ਉਹ ਸਭ ਤੋਂ ਪਹਿਲਾਂ ਆਪਣੀ ਬੁੱਕ ਚ ਪਾਉਣਾ ਚਾਹੁੰਦੇ, ਬਸ ਚਾਹੁੰਦੇ ਮਜ਼ਾਮੀਨ ਉਹਨਾਂ ਦੇ ਛਾਇਆ ਹੁੰਦੇ ਨੇ ਜੋ ਇਹ ਬਹੁਤ ਗਲਤ ਗੱਲ ਹੈ। ਬੇਕਾਰ ਕਿਸਮ ਦੀਆਂ ਕਿਤਾਬਾਂ ਅੰਬਾਰ ਲੱਗੇ ਨੇ। ਲਾਹੌਰ ਦੇ ਸਭ ਤੋਂ ਵੱਡੇ ਪਬਲਿਸ਼ਰ ਨੇ ਗੁਲਫਰਾਜ਼ ਸਾਹਿਬ। ਹਾਂਜੀ, ਗੁਲਫਰਾਜ਼ ਸਾਹਿਬ ਕਹਿੰਦੇ ਨੇ ਮੇਰੇ ਕੋਲ ਇੰਨੀਆਂ ਬੁੱਕਸ ਨੇ, ਜਿਹੜੀ ਇੱਕ ਬੰਦਾ ਆਇਆ ਉਹਨੂੰ ਮੈਂ ਕਿਹਾ ਯਾਰ ਇਹ ਤੇਰੀ ਕਿਤਾਬ ਨਹੀਂ ਛਪ ਸਕਦੀ, ਉਹਨੇ ਕਿਹਾ ਜੀ ਮੇਰੇ ਕੋਲ ਪੈਸੇ ਤੁਸੀਂ ਲਵੋ ਜਿੰਨੇ ਦੀ ਛਪਦੀ ਛਾਪੋ। ਉਹ ਕਹਿੰਦੇ ਅਸੀਂ 1100 ਕਿਤਾਬ ਛਾਪੀ ਹੈ, ਉਹ ਅਸੀਂ 50 ਕੁ ਕਿਤੇ ਭੇਜੀਆਂ, ਬਾਕੀ ਸਾਡੇ ਕੋਲ ਗੋਦਾਮ 'ਚ ਪਈਆਂ। ਮਤਲਬ ਉਹ ਕਿਤਾਬਾਂ ਜਿਹੜੀਆਂ ਉਹਨਾਂ ਦਾ ਕੀ ਫਾਇਦਾ ਜਿਹੜੀਆਂ ਗੋਦਾਮ 'ਚ ਹੀ ਰੱਖੀ ਜਾਣੀਆਂ। ਤੇ ਅੱਛਾ ਲਿਖਾਰੀ ਜਿਹੜਾ ਉਹ ਵੇਟ ਕਰਦਾ, ਉਹ ਮਤਲਬ ਟਾਈਮ ਜਿਹੜਾ ਉਹ ਆ ਜਾਂਦਾ ਇੱਕ ਦਿਨ, ਜਿਸ ਦਿਨ ਤੁਹਾਡੀ ਤਹਿਰੀਰ ਇਸ ਲੈਵਲ ਦੀ ਹੋ ਜਾਂਦੀ ਹੈ ਠੀਕ ਕਿ ਉਹ ਤੁਸੀਂ ਕਿਤਾਬ ਛਾਪਣੀ ਹੈ ਤੇ ਉਹਦੀ ਵਰਥ ਹੋਣੀ ਹੈ। ਠੀਕ ਜੀ, ਕਿ ਤੁਸੀਂ ਕਹਾਣੀ ਵੱਲ ਨਹੀਂ ਆਏ, ਤੁਸੀਂ ਜ਼ਿਆਦਾਤਰ ਮਜ਼ਾਮੀਨ ਨਾਲ ਸ਼ਾਇਰੀ ਵੱਲ ਰਹਿ ਜੇ। ਸਰ ਮੈਂ ਫੁੱਲ ਫਲੈਜ ਇੱਕ ਨੌਕਰੀ ਕੀਤੀ ਸਰਕਾਰੀ ਮੁਲਾਜ਼ਮ, ਤੇ ਉਹ ਜ਼ਿੰਮੇਵਾਰੀ ਵਾਲੇ ਅਹੁਦੇ ਸੀ ਮੇਰੇ ਕੋਲ, ਤੇ ਉਹ ਚ ਮੇਰੇ ਕੋਲ ਟਾਈਮ ਇੰਨਾ ਨਹੀਂ ਸੀ ਹੁੰਦਾ। ਮੇਰੇ ਕੋਲ ਅੱਜ ਬਿਊਟੀ ਸ਼ਾਰਟੇਜ ਆਫ ਟਾਈਮ, ਹੋਰ ਤੋਂ ਇਲਾਵਾ ਹੋਰ ਕੋਈ ਨਹੀਂ। ਤੇ ਫਿਰ ਵੀ ਮੈਂ 3 ਸਾਲ ਮੁਲਤਾਨ ਰਿਹਾ, ਉੱਥੇ ਮੈਂ ਰੋਜ਼ਨਾਮਾ ਨਵਾਏ ਵਕਤ ਚ ਹਫਤੇ ਚ ਮੇਰੇ 3 ਕਾਲਮ ਛਪਦੇ ਸੀ। 3 ਸਾਲ ਇੰਨਾ ਲਿਖਿਆ। ਉਹ ਫਿਰ ਮੇਰੀਆਂ ਬੁੱਕਸ ਜਿਹੜੀਆਂ ਨੇ, ਮਤਲਬ ਬੋਨਾ ਨਹੀਂ ਬੇਵਕੂਫ, ਇੱਕ ਮੇਰੀ ਆਖਰੀ ਕਿਤਾਬ ਜਿਹੜੀ ਹੈ ਨਾ ਨਿਜ਼ਾ ਦੇ ਉੱਤੇ, ਉਹ 500 ਸਫ਼ਿਆਂ ਦੀ ਬੁੱਕ ਹੈ, ਤੇ ਹਾਲੇ ਮੇਰੇ ਕੋਲ 500 ਸਫ਼ੇ ਦੀਆਂ ਕੋਈ 4 ਬੁੱਕਸ ਜਿਹੜੀਆਂ ਨੇ ਨਾ ਉਹ ਰੈਡੀ ਪਈਆਂ। ਉਹ ਮਤਲਬ ਪਬਲਿਸ਼ਰ ਨਾਲ ਗੱਲ ਚੱਲ ਰਹੀ ਹੈ ਕਿ ਉਹ ਵੀ ਛਾਪ ਹੀ ਦਈਏ ਹੁਣ। ਤੇ ਲਿਖਿਆ ਤਾਂ ਬਹੁਤ, ਲੇਕਿਨ ਉਹਦੀ ਇਹ ਅੰਦਰ ਹੀ ਤੁਹਾਡੇ ਹੁੰਦਾ, ਤੁਹਾਡੇ ਅੰਦਰੋਂ ਹੀ ਹੁੰਦਾ ਕਿ ਤੁਸੀਂ ਸ਼ਾਇਰੀ ਕਰਨੀ ਹੈ, ਤੁਸੀਂ ਮਿਜ਼ਾਹ ਵੱਲ ਜਾਣਾ ਹੈ, ਤੁਸੀਂ ਕੀ। ਜ਼ਿਆ ਸ਼ਾਹਿਦ ਸਾਹਿਬ ਬੁਨਿਆਦੀ ਤੌਰ ਤੇ ਜਦੋਂ ਇਹਨਾਂ ਨੇ ਪਹਿਲੇ ਪਾਕਿਸਤਾਨ ਕੱਢਿਆ ਲਾਹੌਰ ਚੋਂ, ਤੇ ਮੇਰੀ ਉਦੋਂ ਬੇਸਿਕਲੀ ਮੈਂ ਜ਼ਿਆ ਸਾਹਿਬ ਦਾ ਸ਼ਾਗਿਰਦ ਸੀ। ਸਟਾਰਟ ਦੇ ਵਿੱਚ ਮੇਰੀ ਇਹਨਾਂ ਨਾਲ ਫਿਰ ਖਬਰਾਂ ਕੱਢਿਆ, ਫਿਰ ਇਹਨਾਂ ਨਾਲ ਉੱਥੇ ਮਜ਼ੰਗ ਸਾਡੀ ਮੁਲਾਕਾਤ ਹੋਣੀ ਡੇਲੀ, ਇਹ ਉਹ ਮੀਆਂ ਗਫਾਰ ਸਾਹਿਬ, ਇਹ ਉਹ, ਇਸ ਤਰ੍ਹਾਂ ਸਾਰੇ ਦੋਸਤ ਸੀ। ਤੇ ਉਹ ਮਤਲਬ ਮਿਕਸ ਜਿਹਾ ਹੀ ਚੱਲਦਾ ਰਿਹਾ। ਸਾਫਤ ਵੀ ਨਾਲ ਨਾਲ ਹੁੰਦੀ ਰਹੀ, ਨਾਲ ਨਾਲ ਸਰਕਾਰੀ ਨੌਕਰੀ ਵੱਲ ਵੀ ਤਵੱਜੋ ਰਹੀ, ਤੇ ਇਹ ਇੱਕ ਬਸ ਮਿਕਸ ਜਿਹਾ ਕੰਮ ਹੀ ਸੀ। ਤੇ ਐਸੇ ਲਈ ਕੋਈ ਸਮਝ ਨਹੀਂ ਆਉਂਦੀ ਮਤਲਬ। ਅੱਛਾ, ਅਸੀਂ ਤੁਹਾਡੇ ਕਾਲਮਾਂ ਦੇ ਵਿੱਚ ਜ਼ਿਆਦਾਤਰ ਕਾਲਮ ਤੁਹਾਡੇ ਮਾਸ਼ਰਤੀ ਰਵੱਈਆਂ ਦੇ ਉੱਤੇ ਆ, ਅਸੀਂ ਉਹਨਾਂ ਨੂੰ ਦੇਖਦੇ ਹਾਂ। ਹੁਣ ਜਿਸ ਜਗ੍ਹਾ ਤੁਸੀਂ ਬੈਠੇ ਹੋ, ਅਸੀਂ ਇੰਟਰਵਿਊ ਕਰ ਰਹੇ ਹਾਂ ਸ਼ਾਹੀ ਕਿਲਾ ਸਾਹਮਣੇ। ਸ਼ਾਹੀ ਕਿਲਾ ਸਾਹਮਣੇ, ਇਹ ਲਾਹੌਰ ਦੀ ਮਤਲਬ ਕੀ ਇਹਨੂੰ ਕਹਿੰਦੇ ਨੇ, ਮਸਤੀ ਗੇਟ ਹੈ ਇੱਧਰ ਲਾਹੌਰ ਦਾ, ਇੱਧਰ ਟੰਗਸਾਲੀ ਦਰਵਾਜ਼ਾ ਹੈ, ਇਹ ਅੰਦਰੂਨ ਲਾਹੌਰ ਹੈ। ਇਹ ਲਾਹੌਰ ਦਾ ਇੱਕ ਪਪੂਲਰ ਤਰੀਨ ਏਰੀਆ ਹੈ। ਇੱਥੇ ਅਸੀਂ ਬੈਠੇ ਹਾਂ, ਤੇ ਇੱਥੇ ਬਹਿ ਕੇ ਅਗਰ ਤੁਸੀਂ ਕਹੋਗੇ ਨਾ ਕਿ ਅਸੀਂ ਗਜ਼ਲਾਂ ਸੁਣਾਉਣੀਆਂ ਸ਼ੁਰੂ ਕਰ ਦਈਏ, ਉਹ ਕੋਈ ਨਹੀਂ ਸਾਨੂੰ ਸਮਝ ਆਣੀ ਇਸ ਵੇਲੇ। ਇੱਧਰ ਦੇਖਦੇ ਆ ਤੇ ਸਾਨੂੰ ਅਕਬਰ ਬਾਦਸ਼ਾਹ ਯਾਦ ਆ ਜਾਂਦਾ ਹੈ। ਇੱਧਰ ਵੇਖਦੇ ਆ ਤੇ ਲਾਹੌਰ ਦੇ ਮਤਲਬ ਅਜੀਬੋ ਗਰੀਬ ਇੱਕ ਕਮਿਊਨਿਟੀ ਸਾਡੇ ਸਾਹਮਣੇ ਆ ਜਾਂਦੀ। ਜੱਜ ਲਤੀਫ ਇੱਕ ਬੜੇ ਵੱਡੇ ਰਾਈਟਰ ਗੁਜ਼ਰੇ ਨੇ, ਉਹਨਾਂ ਨੇ ਲਾਹੌਰ ਦੇ ਬਾਰੇ ਚ ਬੁੱਕ ਲਿਖੀ। ਉਹਨਾਂ ਨੇ ਲਾਹੌਰ ਦੀ ਹੀਰਾ ਮੰਡੀ ਦੇ ਬਾਰੇ ਚ ਉਹਦੇ ਚ ਕੋਈ 150 ਸਫਾ ਲਿਖਿਆ। ਸਹੀ। ਤੇ ਅਸੀਂ ਇੱਥੇ ਬੈਠੇ ਹਾਂ, ਸਾਨੂੰ ਉਹਨੂੰ ਸਾਰਾ ਮੰਜ਼ਰ ਜਿਹੜਾ ਪਿੱਛੇ ਹੈ ਨਾ ਮੇਰੇ, ਉਹ ਸਾਰਾ ਉਹ ਯਾਦ ਕਰਾਉਂਦਾ ਕਿ ਇੱਥੇ ਕੌਣ ਕੌਣ ਗੁਜ਼ਰਿਆ। ਇਹ ਅੱਗੇ ਥੋੜਾ ਅੱਗੇ ਚਲੇ ਜਾਓ, ਮੀਆਂ ਸੱਲੀ ਸਾਹਿਬ ਦੀ ਹਵੇਲੀ ਹੈ ਮਸ਼ਹੂਰੇ ਜ਼ਮਾਨਾ, ਜਿੱਥੇ ਇਮਰਾਨ ਖਾਨ ਸਾਹਿਬ ਆ ਕੇ ਠਹਿਰਦੇ ਸੀ ਜਦੋਂ ਇੰਡੀਆ ਤੋਂ ਮੈਚ ਖੇਲ ਕੇ ਆਉਂਦੇ ਸੀ। ਮੀਆਂ ਸੱਲੀ ਸਾਹਿਬ ਦੀ ਹਵੇਲੀ ਜਿਹੜੀ ਹੈ ਉਹ ਮਤਲਬ ਲਾਹੌਰ ਦੀ ਹੀਰਾ ਮੰਡੀ ਦੇ ਤਕਰੀਬਨ ਵਿੱਚ ਹੈ। ਤੇ ਉਹ ਇਹ ਇੱਕ ਦੁਨੀਆ ਅਲੱਗਾ, ਲਾਹੌਰ ਜਿਹੜਾ ਹੈ ਬਜ਼ਾਤੇ ਖੁਦ ਜਿਹੜਾ ਨਾ ਇੱਕ ਪੂਰੀ ਦੁਨੀਆ ਅਲੱਗਾ ਤੋਂ। ਮੈਂ ਸਮਝਦਾ ਬੰਬੇ ਵਗੈਰਾ ਇਹ ਉਹ ਫਿਲਮਾਂ ਸ਼ਿਲਮਾਂ ਜਿੱਥੇ ਬਣਦੀ ਕੋਈ ਇੱਕ ਅਲੱਗਾ ਤਾਰੀਖ ਸੀ, ਲੇਕਿਨ ਇਸ ਲਾਹੌਰ ਦੀ ਤਾਰੀਖ ਉਹਨਾਂ ਤੋਂ ਵੱਡੀ ਤਾਰੀਖ ਹੈ, ਤੇ ਇੱਥੋਂ ਦੇ ਸਿਲਸਿਲੇ ਬਹੁਤ ਵੱਡੇ ਨੇ। ਤੇ ਇਹਨਾਂ ਤੇ ਨਵਾਂ ਲਿਖਾਰੀ ਜਿਹੜਾ ਲਿਖਦਾ ਨਹੀਂ ਪਿਆ, ਉਹ ਅਗਰ ਇਹਦੇ ਤੇ ਲਿਖਿਆ ਜਾਏ ਨਾ ਇਹਨਾਂ ਮਾਮਲਾਤ ਦੇ ਉੱਤੇ, ਤੇ ਇਹ ਤੇ ਬੜੀ ਵੱਡੀ ਹਿਸਟਰੀ ਹੈ। ਅੱਛਾ ਸਰ, ਮਾਸ਼ਾਅੱਲਾ ਤੁਸੀਂ ਮਜ਼ਾਹ ਲਿਖ ਰਹੇ ਹੋ ਇੰਨੇ ਅਰਸੇ ਤੋਂ। ਇਹ ਚਾਹਤ ਫਤਿਹ ਅਲੀ ਖਾਨ ਸਾਹਿਬ ਦੀ ਇੱਕ ਮੌਸੀਕੀ ਚ ਨਵੀਂ ਐਂਟਰੀ ਹੋਈ ਸਰ ਹਰ ਦੌਰ ਦੇ ਵਿੱਚ ਚਾਹਤ ਫਤਿਹ ਅਲੀ ਖਾਨ ਹੁੰਦਾ ਹੈ, ਤੇ ਉਹਨਾਂ ਦਾ ਦਾਵਾ ਕਿਹਾ ਕਿ ਉਹਨਾਂ ਨੇ 4 ਰਾਗ ਮਜ਼ੀਦ ਜਿਹੜੇ ਆ 7 ਤੋਂ ਉਹਨਾਂ ਨੇ 11 ਕਰਤੇ ਆ। ਸਰ ਉਹਨਾਂ ਨੇ 1100 ਰਾਗ ਕਰ ਦੇਣੇ ਨੇ, ਕਿਉਂਕਿ ਉਹ ਬੁਲਬੁਲੇ ਤੇ ਵੀ ਗਾ ਸਕਦੇ ਨੇ, ਉਹ ਛੁਹਾਰੇ ਤੇ ਮਤਲਬ ਜਿਹੜਾ ਨਜ਼ਮ ਲਿਖ ਕੇ ਤੇ ਉਹਨੂੰ ਪੇਸ਼ ਕਰ ਸਕਦੇ ਨੇ ਕਿ ਇਹ ਜੋ ਛੁਹਾਰਾ ਹੈ, ਤੇ ਉਹ ਦੱਸ ਸਕਦੇ ਨੇ ਕਿ ਇਹ ਫਿੱਕਾ ਛੁਹਾਰਾ ਹੈ। ਤੇ ਉਹ ਮਤਲਬ ਉਹਨਾਂ ਦੇ ਅੰਦਰ ਇਹ ਕੈਫੀਅਤ ਹੈ ਨਾ, ਉਹ ਬਚਪਨ ਚ ਮੇਰੇ ਹਿਸਾਬ ਚ ਗਲੀ ਮਹੱਲੇ ਚ ਨਾ ਬੱਚੇ ਉਹਨਾਂ ਨੂੰ ਛੇੜਦੇ ਹੋਣਗੇ ਕਿ ਇਹ ਗੁਬਾਰਾ ਜਾ ਰਿਹਾ। ਉਹਨੇ ਦੇਖੋ ਨਾ ਮਤਲਬ ਇਹ ਜੋ ਉਹ ਕੀ ਉਹਨਾਂ ਦਾ ਮਸ਼ਹੂਰ ਗਾਣਾ ਹੈ ਇੱਕ ਜਿਹੜਾ ਮਤਲਬ
ਲੋਟੇ ਦੇ ਉੱਤੇ ਜੋ हाँ, ਲੋਟਾ ਹੈ, ਲੋਟਾ ਲੋਟਾ ਹੋਤਾ ਹੈ, ਤੇ ਲੋਟੇ ਦੇ ਉੱਤੇ ਬੜਿਆਂ ਨੇ ਸ਼ਾਇਰੀ ਕੀਤੀ ਹੈ। ਲੇਕਿਨ ਚਾਹਤ ਫਤਿਹ ਅਲੀ ਖਾਂ ਉਹ ਕੁਦਰਤੀ ਤੌਰ ਤੇ ਉਹਨਾਂ ਦੀ ਸ਼ਕਲ ਸੂਰਤ, ਨੇਚਰ ਉਹਨਾਂ ਦੇ ਨਾਲ ਹੈ, ਯਾਨੀ ਉਹਨਾਂ ਦੀ ਬਣਾਵਟ ਵੀ ਐਸੀ ਹੈ ਕਿ ਉਹ ਕਿਤੇ ਸਾਇੰਸਦਾਨ ਲੱਗਦੇ ਨੇ, ਕਿਤੇ ਉਹ ਸ਼ਾਇਰ ਲੱਗਦੇ ਨੇ, ਕਿਤੇ ਉਹ ਮਤਲਬ ਉਹਨਾਂ ਨੂੰ ਸਕੂਲਾਂ 'ਚ ਭੇਜਣਾ ਚਾਹੀਦਾ ਹੈ ਕਿ ਬੱਚੇ ਜਿਹੜੇ ਪੜ੍ਹਦੇ ਨਹੀਂ ਨਾ ਮੈਥ ਤਵੱਜੋ ਨਾਲ, ਉਹਨਾਂ ਨੂੰ ਮੈਥ ਦੇ ਪੀਰੀਅਡ ਦੇ ਵਿੱਚ ਭੇਜ ਦੇਣ, 2-4 ਮਿੰਟ ਲਈ ਚਾਹਤ ਫਤਿਹ ਅਲੀ ਖਾਂ ਤੇ ਗਾਣਾ ਗਾਏ, ਉਹਦੇ ਬਾਅਦ ਬੱਚੇ ਕਹਿਣਗੇ ਕਿ ਯਾਰ ਬਸ ਠੀਕ ਹੈ, ਸਾਡੀ ਤਫਰੀਹ ਹੋ ਗਈ, ਹੁਣ ਅਸੀਂ ਤਵੱਜੋ ਨਾਲ ਪੜ੍ਹ ਲਈਏ ਜ਼ਰਾ। ਤੇ ਮੈਂ ਸਮਝਦਾ ਇੱਕ ਫਨਕਾਰ ਹੈ, ਉਹਦੀ ਆਪਣੀ ਅਲੱਗ ਦੁਨੀਆ। ਤੁਸੀਂ ਦੇਖਣਾ ਹੋਵੇ ਨਾ, ਸਾਰਿਆਂ ਤੋਂ ਜ਼ਿਆਦਾ ਪਪੂਲਰ ਹੋ ਜਾਏਗਾ, ਕਿਉਂਕਿ ਜਿੱਥੇ ਅਸੀਂ ਦੇਖਦੇ ਰਹੇ ਬੜੇ ਬੜੇ ਤਿਆਰੀ ਨਾਲ ਆਉਂਦੇ ਹੁੰਦੇ ਸੀ ਗੁਲੂਕਾਰ, ਉਹਨਾਂ ਨੇ ਸਟੇਜ ਤੇ ਚੜ੍ਹਨਾ ਹੁੰਦਾ ਸੀ, ਉਹਨਾਂ ਨੂੰ ਧੱਕੇ ਪੈ ਰਹੇ ਹੁੰਦੇ ਸੀ। ਤੇ ਜਿਹੜਾ ਮੁੰਡਾ ਆਂਦਾ ਸੀ ਹਸਨ ਜਹਾਂਗੀਰ ਨੂੰ ਅਸੀਂ ਦੇਖਿਆ, ਉਹ ਦੁਨੀਆ ਪਾਗਲ ਹੋ ਗਈ। ਹਸਨ ਜਹਾਂਗੀਰ ਆਇਆ, ਉਹਨੇ ਹਵਾ ਹਵਾ ਗਾਣਾ ਗਾਇਆ। ਉਹ ਮੈਂ ਦੇਖਿਆ ਲਾਹੌਰ ਦੇ ਰਿਆਜ਼ ਅਲੀ ਖਾਂ, ਇਜਾਜ਼ ਅਲੀ ਖਾਂ ਇੱਥੇ ਹੁੰਦੇ ਸੀ ਸਮਨਾਬਾਦ, ਉਹ ਬੜੀ ਵਿਚਾਰੇ ਤਿਆਰੀ ਨਾਲ ਰਾਗ ਸ਼ਾਗ ਇੱਕ ਤਿਆਰ ਕਰਕੇ ਆਏ। ਉਹ ਇੱਕ ਉਹਨਾਂ ਦਾ ਤਬਲਾ ਜਿਹੜਾ ਉਧਰ ਜਾ ਡਿੱਗਿਆ, ਬਾਜਾ ਉਧਰ ਪਿਆ ਹੋਇਆ। ਰਿਆਜ਼ ਅਲੀ ਖਾਨ ਨੂੰ ਮੈਂ ਚੁੱਕਿਆ, ਮੈਂ ਕੀ ਹੋਇਆ? ਕਹਿੰਦਾ ਮੈਂ ਤਾਂ ਸਟੇਜ ਤੇ ਗਾਣ ਚੱਲਿਆ ਸੀ ਤੇ ਉਹ ਮੇਲਾ ਲੁੱਟ ਕੇ ਲੈ ਗਏ। ਇਹ ਮੇਲੇ ਲੁੱਟ ਜਾਂਦੇ ਨੇ। ਮੈਂ ਫਰਤ ਬਾਦਸ਼ਾਹ ਦੇ ਮੇਲੇ ਲੁੱਟਦੇ ਦੇਖੇ, ਸ਼ਾਕਰ ਸ਼ੂਜਾਬਾਦੀ ਦਾ ਮੇਲਾ ਲੁੱਟਦਾ ਵੇਖਿਆ। ਰਹੀਮ ਯਾਰ ਖਾਂ ਇੱਕ ਮੁਸ਼ਾਇਰਾ ਸੀ, ਉੱਥੇ ਅਸੀਂ ਗਏ, ਉੱਥੇ ਸ਼ਾਹ ਸਾਹਿਬ ਵੀ ਗਏ, ਹੋਰ ਮਤਲਬ ਸਾਡੇ ਦੋਸਤ ਸਾਰੇ, ਜਬਾਰ ਮੁਫਤੀ ਸਾਹਿਬ ਉੱਥੋਂ ਮੁਲਤਾਨ ਵਾਲੇ। ਉੱਥੇ 3-4 ਹਜ਼ਾਰ ਦਾ ਮਜਮਾ ਤੇ ਸਖਤ ਸਰਦੀ। ਉਹ ਮੈਂ ਕਿਹਾ ਲੋਕ ਚਲੇ ਜਾਣਗੇ ਆਪੇ ਹੀ ਆਹਿਸਤਾ। ਲੋ ਜੀ, ਇੱਕ ਵੀ ਬੰਦਾ ਨਹੀਂ ਗਿਆ। ਸੁਬਾਹ 3 ਵਜੇ ਸ਼ਾਕਰ ਸ਼ੂਜਾਬਾਦੀ ਨੇ ਜਾ ਕੇ ਕਲਾਮ ਆਪਣਾ ਪੇਸ਼ ਕੀਤਾ। ਕੋਈ ਪਿੰਡ ਡ੍ਰੌਪ ਸਾਇਲ, ਖਾਮੋਸ਼, ਹਰ ਬੰਦਾ ਚੁੱਪ, ਤੇ ਸ਼ਾਕਰ ਉੱਥੇ ਗਾ ਰਿਹਾ, ਬੰਦਾ ਉਹਦੇ ਨਾਲ ਉਹਨਾਂ ਦੇ ਹੁੰਦਾ। ਉਹ ਮਤਲਬ ਆਪਣਾ ਕਲਾਮ ਪੇਸ਼ ਕਰਦੇ ਸੀ, ਉਹ ਬੰਦਾ ਟਰਾਂਸਲੇਟ ਕਰਦਾ ਜਾਂ ਪਬਲਿਕ ਨੂੰ ਸਮਝਾਉਂਦਾ ਕਿ ਇਹਨਾਂ ਨੇ ਕੀ ਕਿਹਾ, ਥੋੜਾ ਜਿਹਾ ਉਹਨਾਂ ਦਾ ਮਸਲਾ। ਤੇ ਉਹ ਦੇਖੋ ਨਾ, ਉਹ ਇੱਕ ਅਵਾਮੀ ਬੰਦਾ ਹੈ, ਉਹ ਕੋਈ PhD ਉਹਨੇ ਨਹੀਂ ਕੀਤੀ ਹੋਈ, ਜਾਂ ਮਤਲਬ ਉਹ ਕੋਈ ਬਹੁਤ ਜ਼ਿਆਦਾ। ਇਸ ਤਰ੍ਹਾਂ ਹੀ ਜਿਹੜਾ ਨਾ ਇਹ ਚਾਹਤ ਫਤਿਹ ਅਲੀ ਖਾਂ, ਹਰ ਦੌਰ ਦੇ ਵਿੱਚ ਇੱਕ ਚਾਹਤ ਫਤਿਹ ਅਲੀ ਖਾਂ ਹੁੰਦਾ। ਸਾਡੇ ਸ਼ੋਬੇ ਤੇ ਖਾਸ ਤੌਰ ਤੇ ਮਿਜ਼ਾਹ ਵਾਲੇ ਜਿਹੜੇ ਅਸੀਂ ਆ, ਮੈਨੂੰ ਤੇ ਹਰ ਦੂਸਰਾ ਤੀਸਰਾ ਬੰਦਾ ਚਾਹਤ ਫਤਿਹ ਅਲੀ ਖਾਨ ਲੱਗਦਾ। ਲੇਕਿਨ ਉਹ ਕਿਉਂਕਿ ਅਸੀਂ ਮੁਆਸ਼ਰਤੀ ਤੌਰ ਤੇ ਉਹਦੀ ਇੱਜ਼ਤ ਕਰਨੀ ਹੁੰਦੀ, ਤੇ ਚਾਹਤ ਇੱਕ ਅੱਛੀ ਐਂਟਰੀ ਜੇ ਮੈਂ ਸਮਝਦਾ। ਜਦੋਂ ਲੋਕ ਚੁੱਪ ਕਰਕੇ ਬੈਠੇ ਹੁੰਦੇ ਨਾ, ਟਿਕਟ ਮਤਲਬ 2-3 ਹਜ਼ਾਰ ਦੀ ਲੈ ਕੇ, ਉੱਥੇ ਇੱਕ ਅੱਧਾ ਚਾਹਤ ਫਤਿਹ ਅਲੀ ਖਾਂ ਵੀ ਆਣਾ ਚਾਹੀਦਾ। ਲੋਕ ਕਿੱਧਰ ਆਏ ਨੇ? ਸਹੀ ਮਤਲਬ ਇਫਤਿਖਾਰ ਠਾਕਰ ਦੀ ਨੱਕ ਦੇ ਉੱਤੇ ਗੁਫ਼ਤਗੂ ਹੁੰਦੀ ਰਹੀ ਹੈ, ਜਾਂ ਸੁਹੇਲ ਅਹਿਮਦ ਦੇ ਵੱਡੇ ਮੂੰਹ ਤੇ ਗੱਲ ਹੁੰਦੀ। ਉਹ ਚਾਹਤ ਫਤਿਹ ਅਲੀ ਖਾਂ ਵੀ ਜਿਹੜਾ ਨਾ ਸਰ, ਉਹ ਵੀ ਇੱਕ ਐਟਮ ਜੇ। ਬਲਕਿ ਟੀਵੀ ਤੇ ਜਿਹੜਾ ਨਾ ਵੱਡੇ ਚੈਨਲਾਂ ਨੂੰ ਚਾਹੀਦਾ, ਉਹ ਸਭ ਤੋਂ ਪਹਿਲੇ ਜਦੋਂ ਲੋਕੀ ਟੀਵੀ ਖੋਲਣ ਤੇ ਚਾਹਤ ਨਜ਼ਰ ਆਏ ਉਹਨਾਂ ਨੂੰ। ਫਿਰ ਉਹਦੀ ਜਿਹੜੀ ਹੈ ਨਾ ਮਤਲਬ ਛੁਹਾਰੇ ਦੇ ਉੱਤੇ ਜਿਹੜਾ ਉਹਨੇ ਕਲਾਮ ਗਾਇਆ, ਉਹ ਮਤਲਬ ਹੋਵੇ ਕਿ ਛੁਹਾਰਾ ਛੁਹਾਰਾ ਹੋਤਾ ਹੈ, वो शालवीदा हो जनरल स्टोर अंदर ले लो। ले जी, ये हमारे साथ थे जनाब मुजफ्फर मोहसिन साहब। आपने इनकी दिलचस्प गुफ्तगू सुनी, हमें तो बहुत मज़ा आया। उम्मीद है आप भी इंशाल्लाह पसंद करेंगे। अब साहब आपका बहुत शुक्रिया।